ਸਤਿ ਸ੍ਰੀ ਅਕਾਲ। ਤੁਸੀਂ ਲੋਕ ਰਾਣੇ ਚੈਨਲ ਪੰਜਾਬੀ ਦੇਖ ਰਹੇ ਹੋ। ਸਿੱਧੇ ਸਵਾਲ ਪ੍ਰੋਗਰਾਮ 'ਚ ਮੇਰੇ ਨਾਲ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਵੱਡੀਆਂ ਖਬਰਾਂ ਉੱਤੇ ਗੱਲਬਾਤ ਕਰਾਂਗੇ ਕਿ ਪ੍ਰਧਾਨ ਮੰਤਰੀ ਜਿਹੜਾ ਪੀਐਮ ਕੇਅਰ ਫੰਡ ਹੈ, ਜਿਹਦੇ ਵਿੱਚ ਲੋਕਾਂ ਦੇ ਵੱਲੋਂ ਪਤਾ ਨਹੀਂ ਕਿੰਨਾ ਪੈਸਾ ਹੁਣ ਤੱਕ ਦਿੱਤਾ ਗਿਆ, ਉਹਦੇ ਬਾਰੇ ਫਿਲਹਾਲ ਕੋਈ ਜਾਣਕਾਰੀ ਤਾਂ ਹੈ ਨਹੀਂ, ਪਰ ਉਹਨੂੰ ਵਰਤਿਆ ਕਿੱਥੇ ਜਾ ਰਿਹਾ ਤੇ ਕਿਵੇਂ ਵਰਤਿਆ ਜਾ ਰਿਹਾ, ਉਸ ਉੱਤੇ ਗੱਲਬਾਤ ਕਰਨੀ ਜ਼ਰੂਰ ਬਣਦੀ ਹੈ, ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਆਖਿਰਕਾਰ ਪਰਦੇ ਦੇ ਪਿੱਛੇ ਕੀ ਚੱਲ ਰਿਹਾ। ਇਸ ਤੋਂ ਇਲਾਵਾ ਕੋਰੋਨਾ ਦੇ ਕਾਰਨ ਲੋਕਾਂ ਨੂੰ ਜਿਸ ਤਰ੍ਹਾਂ ਪਿਛਲੀ ਵਾਰੀ ਦਿੱਕਤਾਂ ਝੱਲਣੀਆਂ ਪਈਆਂ, ਹੁਣ ਫੇਰ ਲੋਕਡਾਊਨ ਕਿਤੇ ਲੱਗਿਆ, ਕਿਤੇ ਪਾਬੰਦੀਆਂ ਲੱਗੀਆਂ ਨੇ, ਤਾਂ ਲੋਕਾਂ ਨੂੰ ਆਰਥਿਕ ਤੌਰ ਦੇ ਉੱਤੇ ਜਿਹੜਾ ਉਹ ਵੱਡੀ ਮਾਰ ਪਈ ਹੈ। ਭਾਵੇਂ ਕਿ ਗਰੀਬਾਂ ਦੇ ਬਾਰੇ ਸਰਕਾਰ ਨੇ ਸੋਚਿਆ, ਕਿਹਾ ਕਿ ਅਸੀਂ 80 ਕਰੋੜ ਜਿਹੜੇ ਗਰੀਬ ਨੇ ਉਹਨਾਂ ਨੂੰ ਅਨਾਜ ਦਿਆਂਗੇ ਜਾਂ ਜਿਵੇਂ ਵੀ ਜੋ ਕੁਝ ਦਿੱਤਾ ਜਾ ਰਿਹਾ, ਪਰ ਜਿਹੜੇ ਮਿਡਲ ਕਲਾਸ ਨੇ, ਮੱਧ ਵਰਗ ਵਾਲੇ ਨੇ, ਉਹਨਾਂ ਦੇ ਲਈ ਕੀ ਸੋਚਿਆ ਗਿਆ, ਜਾਂ ਹੋਰ ਲੋਕਾਂ ਦੇ ਲਈ ਜਿਹੜੇ ਲੋਕ ਇਸ ਕੋਰੋਨਾ ਦੀ ਮਹਾਮਾਰੀ ਦੇ ਵਿੱਚ ਬੁਰੀ ਤਰ੍ਹਾਂ ਉਹਨਾਂ ਦਾ ਜਿਹੜਾ ਲੱਕ ਟੁੱਟ ਚੁੱਕਿਆ, ਉਸ ਦੇ ਬਾਰੇ ਕੀ ਸੋਚਿਆ, ਉਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਖਬਰ ਪੰਜਾਬ ਦੀ ਸਿਆਸਤ ਦੇ ਨਾਲ ਵੀ ਹੋਏਗੀ। ਪ੍ਰੋਫੈਸਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਲੋਕ ਰਾਜ ਚੈਨਲ ਪੰਜਾਬੀ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ। ਪ੍ਰੋਫੈਸਰ ਸਾਹਿਬ, ਸਭ ਤੋਂ ਪਹਿਲਾਂ ਪੀਐਮ ਕੇਅਰ ਦਾ ਫੰਡਾ ਕੀ ਹੈ? ਸਾਰੀਆਂ ਸਿਆਸੀ ਪਾਰਟੀਆਂ ਲਗਾਤਾਰ ਸਵਾਲ ਚੁੱਕਦੀਆਂ ਨੇ, ਪਿਛਲੀ ਵਾਰ ਵੀ ਉੱਠਦੇ ਰਹੇ ਤੇ ਬੀਜੇਪੀ ਆਪਣੇ ਵੱਲੋਂ ਜਿਸ ਤਰ੍ਹਾਂ ਦੇ ਜਵਾਬ ਦਿੰਦੀ ਹੈ, ਤੇ ਹੁਣ ਫੇਰ ਉੱਠ ਰਹੇ ਨੇ ਕਿ ਆਖਿਰਕਾਰ ਪੀਐਮ ਕੇਅਰ ਫੰਡ ਦੇ ਵਿੱਚ ਉਹਦਾ ਹਿਸਾਬ ਕਿਤਾਬ ਕੌਣ ਦੇਵੇਗਾ? ਲੋਕ ਕੋਰੋਨਾ ਦੀ ਮਹਾਮਾਰੀ ਨਾਲ ਮਰ ਰਹੇ ਨੇ, ਆਕਸੀਜਨ ਦੀ ਕਮੀ ਆ ਰਹੀ ਹੈ, ਸਿਹਤ ਸਹੂਲਤਾਂ ਦਾ ਬੁਰਾ ਹਾਲ ਹੈ, ਪੈਸਾ ਕਿੱਥੇ ਜਾ ਰਿਹਾ? ਦੇਖੋ, ਜਿਹੜਾ ਪੀਐਮ ਕੇਅਰ ਹੈ, ਵੈਸੇ ਤੇ ਪੀਐਮ ਦਾ ਪ੍ਰਾਈਮ ਮਿਨਿਸਟਰ ਕੇਅਰ ਫੰਡ ਆ। ਮੈਨੂੰ ਤੇ ਲੱਗਦਾ ਹੈ ਕਿ ਉਹ ਪਰਸਨਲ ਮਨੀ ਕੇਅਰ ਹੀ ਹੈਗਾ। ਪੀਐਮ ਦਾ ਮਤਲਬ ਕਿ ਤੁਸੀਂ ਇੱਕ ਪਹਿਲਾਂ ਅਕਾਊਂਟ ਸੁਖਵਿੰਦਰ ਜੀ ਹੈਗਾ ਸੀ ਆ, ਜਿਹੜਾ ਡਿਜ਼ਾਸਟਰ ਮੈਨੇਜਮੈਂਟ ਦੇ ਨਾਲ ਸੰਬੰਧਿਤ ਸੀ ਪ੍ਰਧਾਨ ਮੰਤਰੀ ਦੇ ਨਾਂ ਤੇ, ਉਹ ਅਕਾਊਂਟ ਤੋਂ ਹਟਾ ਕੇ ਨਵਾਂ ਅਕਾਊਂਟ ਖੋਲਿਆ ਗਿਆ, ਸਿੱਧਾ ਪੀਐਮ ਦੇ ਉਸ ਅਕਾਊਂਟ 'ਚ ਪੈਸਾ ਇਕੱਠਾ ਕੀਤਾ ਗਿਆ, ਤਾਂ ਕਿ ਪ੍ਰਧਾਨ ਮੰਤਰੀ ਨੂੰ ਖੁੱਲਾ ਹੱਥ ਹੋਵੇ ਵੀ ਕਿੱਥੇ ਕਿਵੇਂ ਵਰਤਣਾ ਕੀ ਹੈ। ਦੇਖੋ, ਜਿਹੜਾ ਪ੍ਰਧਾਨ ਮੰਤਰੀ ਦੇ ਨਾਂ ਤੇ ਅਕਾਊਂਟ ਆ, ਉਹ ਮੋਦੀ ਦਾ, ਨਰਿੰਦਰ ਮੋਦੀ ਦਾ ਥੋੜੀ ਕਾ ਅਕਾਊਂਟ ਹੈਗਾ, ਜਾਂ ਕੋਈ ਉਹ ਬੀਜੇਪੀ ਦਾ ਅਕਾਊਂਟ ਨਹੀਂ ਹੈਗਾ, ਨਾ ਕੋਈ ਉਹਨਾਂ ਦਾ ਨਿੱਜੀ ਅਕਾਊਂਟ ਹੈਗਾ। ਪੀਐਮ ਸਾਰੇ ਦੇਸ਼ ਦੇ ਆ। ਜਿੱਥੇ ਪੀਐਮ ਹੋ ਗਏ ਤੇ ਉਹਨਾਂ ਦੇ ਕੇਅਰ 'ਚ ਜਿਹੜਾ ਫੰਡ ਲੋਕਾਂ ਨੇ ਦਿੱਤਾ, ਉਹ ਪ੍ਰਧਾਨ ਮੰਤਰੀ ਸਭ ਦੇਸ਼ ਦੇ ਪ੍ਰਧਾਨ ਮੰਤਰੀ ਹੈ, ਤੇ ਉਸ ਫੰਡ ਦੀ ਟਰਾਂਸਪੇਰੈਂਸੀ ਹੋਣੀ ਚਾਹੀਦੀ ਹੈ। ਜਿੰਨਾ ਵੀ ਫੰਡ ਜਿੱਥੋਂ ਵੀ ਆਇਆ, ਕਿਵੇਂ ਆਇਆ, ਉਹਦੀ ਪਲੈਨਿੰਗ ਕਿਵੇਂ ਆ, ਕਿਵੇਂ ਖਰਚਿਆ ਜਾਵੇ, ਉਹ ਪ੍ਰਧਾਨ ਮੰਤਰੀ ਚੂਜ਼ ਕਰਦੇ ਆ, ਬੀਜੇਪੀ ਚੂਜ਼ ਕਰਦੀ ਹੈ, ਜਾਂ ਦੇਸ਼ ਚੂਜ਼ ਕਰਦਾ। ਮੇਰਾ ਖਿਆਲ ਹੈ ਕਿ ਸਮੁੱਚੀ ਪਾਰਟੀਆਂ ਨੂੰ ਬੈਠ ਕੇ, ਤੇ ਸਾਰੀਆਂ ਪਾਰਟੀਆਂ ਦਾ, ਜਿਹੜੀਆਂ ਘੱਟੋ ਘੱਟ ਜਿਹੜੀਆਂ ਮੁੱਖ ਵਿਰੋਧੀ ਪਾਰਟੀਆਂ, ਜਿਵੇਂ ਪਾਰਲੀਮੈਂਟ ਦੀਆਂ ਸਟੈਂਡਿੰਗ ਕਮੇਟੀ ਆ, ਸਿਲੈਕਟ ਕਮੇਟੀਆਂ ਆ, ਹੋਰ ਕਮੇਟੀਆਂ ਹੈਗੀਆਂ, ਉਸੇ ਤਰੀਕੇ ਨਾਲ ਸਾਂਝੀ ਕਮੇਟੀ ਪੀਐਮ ਨੂੰ ਇਹ ਨਿੱਜੀ ਤੌਰ ਤੇ ਫੈਸਲਾ ਨਹੀਂ ਕਰਨਾ ਚਾਹੀਦਾ ਹੈ ਕਿ ਉਹਦੇ 'ਚ ਇੰਨਾ ਪੈਸਾ ਆ ਗਿਆ, ਮੇਰੇ ਨਾਂ ਤੇ ਆ ਗਿਆ, ਹੁਣ ਮੈਂ ਕੱਛਾਂ ਵਜਾਉਂਦਾ ਫਿਰਾਂ, ਇੱਧਰ ਦਿਆਂ ਉੱਧਰ ਦਿਆਂ, ਆਪਣੀ ਮਰਜ਼ੀ ਨਾਲ ਉਹਦੇ ਤੇ ਰਾਜਨੀਤੀ ਕਰਦੇ ਫਿਰੀਏ। ਜਾਂ ਤੁਸੀਂ ਕਿਸੇ ਦੀ ਕਾਰਪੋਰੇਟ ਦੀ ਮਦਦ ਕਰਨੀ ਆ, ਉਹ ਉਸ ਤਰੀਕੇ ਦਾ। ਕਿਉਂਕਿ ਲੋਕਾਂ ਦੀ, ਸੁਖਵਿੰਦਰ ਜੀ, ਬੜੀ ਬੇਭਰੋਸਗੀ ਹੈ। ਕਿਸੇ ਵੇਲੇ ਪ੍ਰਧਾਨ ਮੰਤਰੀ ਦੀ ਬਹੁਤ ਤੂਤੀ ਬੋਲਦੀ ਸੀ, ਉਹ ਹੁਣ ਨਹੀਂ ਹੈਗੀ। ਹੁਣ ਨਹੀਂ ਉਸ ਤਰ੍ਹਾਂ ਵਿਸ਼ਵਾਸ ਕਰਦੇ, ਪ੍ਰਧਾਨ ਮੰਤਰੀ ਤੇ ਨਹੀਂ ਕਰਦੇ, ਪ੍ਰਧਾਨ ਮੰਤਰੀ ਦੀ ਸਰਕਾਰ ਤੇ ਵੀ ਨਹੀਂ ਕਰਦੇ, ਕਿਸੇ ਵੀ। ਅਸਲ ਵਿੱਚ ਸਰਕਾਰ ਤੇ ਲੋਕ ਬੜਾ ਘੱਟ ਵਿਸ਼ਵਾਸ ਕਰਦੇ ਆ, ਕਿਉਂਕਿ ਸਰਕਾਰਾਂ ਕਦੀ ਵੀ ਲੋਕਾਂ ਦੀਆਂ ਉਮੀਦਾਂ ਤੇ ਉਤਰੀਆਂ ਨਹੀਂ। ਇਹ ਇੱਕ ਖਤਰੇ ਵਾਲੀ ਗੱਲ ਹੈ। ਇਸ ਲਈ ਪ੍ਰਧਾਨ ਮੰਤਰੀ ਹੋਣਾ ਜੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੇ ਉਹ ਫੰਡ ਆਇਆ, ਅੱਜ ਵੀ ਉਹ ਵੈਬਸਾਈਟ ਤੇ ਪਾ ਦੇਣ, ਕਿੱਥੋਂ ਕਿੰਨਾ ਕਰੋੜ, ਕੀ ਫੰਡ ਕਿੰਨਾ ਖਰਚਿਆ ਗਿਆ, ਕਿੱਥੇ ਖਰਚਿਆ ਗਿਆ, ਕਿਵੇਂ ਖਰਚਿਆ ਗਿਆ, ਕਿਉਂ ਉਹ ਪ੍ਰਾਇਓਰਿਟੀ ਉਸ ਕਿਸਮ ਨਾਲ ਬਣਾਈ ਗਈ, ਕਿਉਂ, ਜੇ ਦਵਾਈ ਦੀ ਪ੍ਰਾਇੋਰਿਟੀ ਸੀ ਤੇ ਕਿਉਂ ਸੀਗੀ, ਜੇ ਆਕਸੀਜਨ ਦੀ ਪ੍ਰਾਇੋਰਿਟੀ ਸੀ ਤੇ ਕਿਉਂ ਸੀ, ਕਿੱਥੇ ਦਿੱਤਾ ਗਿਆ, ਜਿਹੜਾ ਦਿੱਤਾ ਗਿਆ ਉਹਦਾ ਕੀ ਕ੍ਰਾਈਟੀਰੀਆ ਸੀਗਾ, ਕਿਸ ਹਿਸਾਬ ਨਾਲ ਦਿੱਤਾ ਗਿਆ, ਕੀ ਉੱਥੇ ਬਿਮਾਰੀ ਜ਼ਿਆਦਾ ਸੀ ਇਸ ਕਰਕੇ ਦਿੱਤਾ ਗਿਆ, ਜਾਂ ਉੱਥੇ ਇਹਨਾਂ ਦੀ ਆਪਣੀ ਸਰਕਾਰ ਸੀ ਤਾਂ ਦਿੱਤਾ ਗਿਆ, ਜਾਂ ਉਹਨਾਂ ਸਰਕਾਰ ਦੀ ਪਾਪੂਲੇਸ਼ਨ ਉਸ ਸੂਬੇ ਦੀ ਜ਼ਿਆਦਾ ਇਸ ਕਰਕੇ ਉੱਥੇ ਜ਼ਿਆਦਾ ਦਿੱਤਾ ਗਿਆ, ਕੀ ਗਰੀਬ ਜ਼ਿਆਦਾ ਲੋਕ ਆ ਇਸ ਕਰਕੇ ਦਿੱਤਾ ਗਿਆ। ਇਹ ਗੱਲਾਂ ਸਾਰੀਆਂ ਬੜੀਆਂ ਹੀ ਪਾਰਦਰਸ਼ਤਾ ਢੰਗ ਦੇ ਨਾਲ ਲੋਕਾਂ ਸਾਹਮਣੇ ਆਉਣੀਆਂ ਚਾਹੀਦੀਆਂ, ਤਾਂ ਹੀ ਤੇ ਇਸ ਨੂੰ ਅਸੀਂ ਲੋਕਤੰਤਰ ਕਹਿੰਦੇ ਆ। ਸਰਕਾਰ ਨੂੰ ਕਲੈਕਟਿਵ ਵਿਲ ਆਫ ਦਾ ਪੀਪਲ ਕਹਿੰਦੇ ਆ। ਮਤਲਬ ਸਰਕਾਰ ਜਿਹੜੀ ਆ, ਜਨ ਸਮੂਹ ਦੀ ਸਮੁੱਚੀ ਸੋਚ ਕੀ ਆ, ਉਸ ਦੀ ਨੁਮਾਇੰਦਾ ਕਰਦੀ ਸਰਕਾਰ ਹੁੰਦੀ ਆ। ਪਰ ਜੇ ਲੋਕ ਕੁਛ ਹੋਰ ਸੋਚਣ, ਲੋਕ ਬੇਵਿਸ਼ਵਾਸੀ ਦੇ ਮਤੇ ਲੈ ਕੇ ਆਉਣ ਲਈ ਤਿਆਰ ਹੋਣ, ਲੋਕ ਸਰਕਾਰਾਂ ਦੇ ਮਿਨਿਸਟਰਾਂ ਨੂੰ ਪਿੰਡਾਂ 'ਚ ਨਾ ਵੜਨ ਦਿੰਦੇ ਹੋਣ, ਫਿਰ ਉਹ ਕਲੈਕਟਿਵ ਵਿਲ ਤੇ ਹੋਈ ਨਹੀਂ।
इन्हां हालातां 'ਚ ਸਰਕਾਰਾਂ ਨੂੰ ਆਪਣੇ ਆਪ 'ਚ ਸੁਧਾਰ ਕਰਨਾ, ਆਪਣੀਆਂ ਆਦਤਾਂ 'ਚ, ਆਪਣੀ ਸੋਚ ਵਿੱਚ ਔਰ ਆਪਣੀ ਸੋਚ ਵਿੱਚ ਲੋਕਤੰਤਰਿਕ ਅਸੂਲਾਂ ਨੂੰ ਪਹਿਲ ਕਦਮੀ ਦੇਣਾ ਅਤੀ ਜ਼ਰੂਰੀ ਹੋ ਗਿਆ। ਨਹੀਂ ਤੇ ਜਿਸ ਪੱਧਰ ਤੇ ਲੋਕਾਂ 'ਚ ਇਸ ਵੇਲੇ ਆਕਰੋਸ਼, ਅਸੰਤੋਸ਼ ਔਰ ਬੇਭਰੋਸਗੀ, ਇਸ ਕਿਸਮ ਦੇ ਹਾਲਾਤ ਫੈਲਦੇ ਜਾ ਰਹੇ ਆ, ਉਹ ਸਾਨੂੰ ਸਾਰਿਆਂ ਨੂੰ, ਰਾਜਨੀਤਿਕ ਪਾਰਟੀਆਂ ਨੂੰ ਇਕੱਠੇ ਹੋ ਕੇ ਉਹਨਾਂ ਨੂੰ ਸਾਂਭਣਾ ਇਹ ਬਹੁਤ ਔਖਾ ਹੋ ਜੂ। ਅੱਜ ਦੀ ਹਾਲਾਤ ਇਹ ਬਣੀ ਹੋਈ ਹੈ। ਇਸ ਲਈ ਜਿਹੜਾ ਤੁਹਾਡਾ ਸਵਾਲ ਹੈ, ਹੁਣ ਇੱਕੋ ਸਵਾਲ ਜਿਹੜਾ ਬਾਰ-ਬਾਰ ਖੜਾ ਹੋ ਰਿਹਾ ਕਿ ਉਹਨਾਂ ਨੇ ਵੈਂਟੀਲੇਟਰ ਖਰੀਦ ਲਏ ਜੀ, ਤੁਸੀਂ ਕਿਹਨੂੰ ਪੁੱਛ ਕੇ, ਤੁਸੀਂ ਸਿੱਧਾ ਪੈਸਾ ਕਿਉਂ ਨਹੀਂ ਵੰਡ ਦਿੱਤਾ ਸੂਬਿਆਂ ਨੂੰ ਉਹਨਾਂ ਦੇ ਹਿਸਾਬ ਦੇ ਨਾਲ? ਤੁਸੀਂ ਚੀਫ ਮਿਨਿਸਟਰਾਂ ਦੀ ਮੀਟਿੰਗ ਕਰਕੇ ਇਹੋ ਜਿਹਾ ਫੈਸਲਾ ਕਿਉਂ ਨਹੀਂ ਲੈਂਦੇ, ਭਾਵੇਂ ਕਿਸੇ ਵੀ ਪਾਰਟੀ ਦਾ ਚੀਫ ਮਿਨਿਸਟਰ ਹੋਵੇ? ਫੈਡਰਲਿਜ਼ਮ ਤੇ ਇਹੀ ਕਹਿੰਦਾ, ਕੱਲਾ ਤੁਹਾਡੀ ਕੈਬਨਿਟ ਨਹੀਂ ਉੱਥੇ ਬੈਠ ਕੇ ਫੈਸਲੇ ਲਈ ਜਾਵੇ। ਸੂਬਿਆਂ ਨੂੰ ਪੁੱਛਣ ਕਿ ਕਿਹਦੀ ਕੀ ਜ਼ਰੂਰਤ ਆ। ਕਿਸੇ ਵਿੱਚ ਸਿਹਤ ਸਿਸਟਮ ਜ਼ਿਆਦਾ ਚੰਗਾ ਹੋ ਸਕਦਾ, ਕੇਰਲਾ ਦਾ ਸਿਹਤ ਸਿਸਟਮ ਜ਼ਿਆਦਾ, ਕਈਆਂ ਨਲਾਇਕਾਂ ਨੇ ਸਿਹਤ ਸਿਸਟਮ ਦੇ ਵੱਲ ਨਹੀਂ ਧਿਆਨ ਦਿੱਤਾ। ਯੂਪੀ, ਮੱਧ ਪ੍ਰਦੇਸ਼, ਪੰਜਾਬ ਉਹਨਾਂ ਚ ਆਉਂਦਾ। ਬੁਰਾ ਹਾਲ ਆ, ਬਹੁਤ ਬੁਰਾ ਹਾਲ ਆ। ਇੰਨਾ ਅਮੀਰ ਸੂਬਾ ਹੋਣ ਦੇ ਬਾਵਜੂਦ ਵੀ ਤੁਸੀਂ ਸਿੱਖਿਆ ਤੇ ਸਿਹਤ ਦਾ ਧੱਜੀਆਂ ਉਡਾਤੀਆਂ, ਕੋਈ ਵੀ ਸਰਕਾਰ ਪਿੱਛੇ ਆਉਂਦੀ ਰਹੀ ਹੈ। ਇਸ ਲਈ ਇਹ ਜਿਹੜੀਆਂ ਲੋੜਾਂ ਕਿਹਦੀਆਂ ਕੀ ਹੈ, ਕਿਉਂਕਿ ਇੱਥੇ ਸਵਾਲ ਰਾਜਨੀਤੀ ਕਰਨ ਦਾ ਨਹੀਂ ਹੈ, ਲੋਕਾਂ ਦੀ ਇੱਕ ਸਿਹਤ ਦਾ ਸਵਾਲ ਵੀ ਨਹੀਂ ਇਕੱਲਾ, ਲੋਕਾਂ ਦੀ ਜ਼ਿੰਦਗੀ ਮੌਤ ਦਾ ਸਵਾਲ ਹੈ। ਉਦੋਂ ਫਿਰ ਅਸੀਂ ਇਹ ਗਿਣ ਨਹੀਂ ਬਹਿ ਜਾਂਦੇ, ਜਦੋਂ ਜ਼ਿੰਦਗੀ ਮੌਤ ਦਾ ਸਵਾਲ ਹੋਵੇ, ਜਦੋਂ ਆਕਸੀਜਨ ਦਾ ਸਵਾਲ ਹੋਵੇ, ਦਵਾਈਆਂ ਦਾ ਸਵਾਲ ਹੋਵੇ, ਫਿਰ ਅਸੀਂ ਤਾਨੇ ਮੇਣੇ ਥੋੜੀ ਮਾਰਾਂਗੇ, ਅੱਛਾ ਜੀ ਹੁਣ ਤੁਸੀਂ ਭੁਗਤੋ ਕਿਉਂਕਿ ਤੁਸੀਂ ਪੁਰਾਣਾ ਕੁਝ ਨਹੀਂ ਕੀਤਾ, ਫਿਰ ਤੁਹਾਡੇ ਨਾਲ ਤੇ ਇੰਜ ਹੀ ਹੋਣੀ ਚਾਹੀਦੀ, ਇੰਜ ਕਹਿ ਕੇ ਪੱਲਾ ਛਡਾਓਗੇ? ਬਿਲਕੁਲ ਨਹੀਂ। ਉਹ ਗੱਲਾਂ ਬਾਅਦ ਚ ਹੋਣਗੀਆਂ, ਉਹ ਗੱਲਾਂ ਲੋਕ ਵੀ ਜਵਾਬਦੇਹੀ ਤੈਅ ਕਰ ਲੈਣਗੇ, ਚੋਣਾਂ ਹੁੰਦੀਆਂ ਉਹਦੇ ਚ ਵੀ ਕਰ ਲੈਣਗੇ। ਅੱਜ ਦੀ ਤਰੀਕ ਦੇ ਵਿੱਚ ਕਿਹਨੂੰ ਕੀ ਲੋੜ ਆ, ਉਸ ਨੂੰ ਤੈਅਸ਼ੁਦਾ ਢੰਗ ਦੇ ਨਾਲ ਕਰਕੇ ਔਰ ਉਸ ਤਰੀਕੇ ਨਾਲ PM ਕੇਅਰ ਫੰਡ ਵਾਕਿਆ ਹੀ ਉਹ ਕੇਅਰ ਕਰਨ ਲਈ, ਖਾਸ ਕਰ ਜਿਹੜੇ ਸਭ ਤੋਂ ਜਿਨ੍ਹਾਂ ਦਾ ਸਿਸਟਮ ਕਮਜ਼ੋਰ ਆ, ਜਿੱਥੇ ਡਾਕਟਰ ਘੱਟ ਆ, ਜਿੱਥੇ ਬਿਮਾਰੀ ਦਾ ਫੈਲਾਅ ਜ਼ਿਆਦਾ ਹੋ ਗਿਆ, ਜਿੱਥੇ ਲੋਕ ਬੇਵਸ ਜ਼ਿਆਦਾ ਹੈ, ਇਹ ਕੁੱਲ ਮਿਲਾ ਕੇ ਇਹੋ ਜਿਹੇ ਕ੍ਰਾਈਟੇਰੀਆ ਬਣਾ ਕੇ ਉਹ PM ਕੇਅਰ ਫੰਡ ਜਾਣੇ ਚਾਹੀਦੇ ਸੀ। ਹੁਣ ਲੈ ਲਓ ਤੁਸੀਂ ਸੁਖਵਿੰਦਰ ਜੀ, ਜਿਹੜੇ ਆਏ ਸਾਡੇ ਕੋਲੋਂ ਵੈਂਟੀਲੇਟਰ ਉਸ ਕਿਸਮ ਨਾਲ ਉਦੋਂ ਦੇਣਾ ਪੈਂਦਾ ਆ ਜਦੋਂ ਬਹੁਤ ਹੀ ਔਖੀ ਘੜੀ, ਜਦੋਂ ਫੇਫੜੇ ਪੂਰੀ ਤਰ੍ਹਾਂ ਆਪਣਾ ਆਕਸੀਜਨ ਜਿਹੜੀ ਹੈ ਨਹੀਂ ਸਾਹ ਲੈ ਸਕਦੇ, ਤੇ ਉਹਨਾਂ ਨੂੰ ਵੈਂਟੀਲੇਟਰ ਤੇ ਪਾ ਦਿੱਤਾ ਜਾਂਦਾ ਤਾਂ ਕਿ ਉਹ ਜਿਹੜੀ ਆਪਣੀ ਸਾਡੀ ਸਿਹਤ ਆ, ਸਾਡੀ ਆਪਣੀ ਸਿਸਟਮ ਹੈਗਾ, ਉਸ ਸੰਕਟ ਦੇ ਵਿੱਚੋਂ ਇਸ ਸਹਾਰੇ ਬਾਹਰ ਆ ਜਾਏ। ਇਸ ਕਿਸਮ ਦਾ ਉਹਦਾ ਪਰਪਸ ਆ। ਕਿਉਂਕਿ ਸੋਜਿਸ਼ ਹੋਈ ਹੁੰਦੀ ਹੈ ਸਾਡੇ ਫੇਫੜਿਆਂ ਨੂੰ, ਉਹਦੇ ਚ ਆਕਸੀਜਨ ਜ਼ਿਆਦਾ ਪਹੁੰਚ ਨਹੀਂ ਪੈਂਦੀ। ਬਿਨਾਂ ਆਕਸੀਜਨ ਤੋਂ ਸਾਰਾ ਸਿਸਟਮ 1 ਮਿੰਟ ਚ ਹੁੰਦੀ, ਸਾਨੂੰ ਪਤਾ, ਬਲੱਡ ਦੇ ਰਾਹੀਂ ਬ੍ਰੇਨ ਨੂੰ ਨਹੀਂ ਜਾਂਦਾ। ਬ੍ਰੇਨ ਜਦੋਂ ਜੇ ਬ੍ਰੇਨ ਕੰਮ ਕਰਨਾ ਬੰਦ ਕਰ ਦਿਓ ਤੇ ਸਾਰਾ ਸਿਸਟਮ ਬੰਦ ਹੋ ਜਾਂਦਾ। ਇਸ ਲਈ ਉਹਦੀ ਬੜੀ ਅਹਿਮ ਭੂਮਿਕਾ ਆ ਜ਼ਿੰਦਗੀ ਨੂੰ ਬਚਾਉਣ ਚ ਕਿਸੇ ਨੂੰ ਵੀ। ਹੁਣ ਅੱਜ ਦੀਆਂ ਜਿਹੜੀਆਂ ਖਬਰਾਂ, 300 ਤੋਂ ਉੱਪਰ ਪ੍ਰਧਾਨ ਮੰਤਰੀ ਕੇਅਰ ਫੰਡ ਚੋਂ ਵੈਂਟੀਲੇਟਰ ਆਏ, ਉਹ ਤੇ ਪੂਰੀ ਪੋਲਿਟਿਕਸ ਗਰਮ ਹੈਗੀ ਆ। ਪੋਲਿਟਿਕਸ ਕੀ ਹੈ ਕਿ ਪੰਜਾਬ ਸਰਕਾਰ ਨੇ ਹੱਥ ਖੜੇ ਕਰਕੇ ਕਹਿ ਦਿੱਤੇ ਕਿ ਦੇਖੋ ਜੀ ਵੈਂਟੀਲੇਟਰ ਤੇ ਭੇਜੇ ਆ, ਉਹਦੇ ਚ 90% ਕੰਮ ਹੀ ਨਹੀਂ ਕਰਦੇ, ਤੇ ਜਿਹੜੇ 10% ਕੰਮ ਕਰਦੇ ਆ ਉਹਦੇ ਤੇ ਵੀ ਇੱਕ ਬੰਦਾ ਲਗਾਤਾਰ ਬਿਠਾਉਣਾ ਪੈਂਦਾ ਨਾਲ ਕਿ ਦੇਖੀ ਜਾਏ ਕਿ ਹੁਣ ਵੀ ਫੇਲ ਹੋਇਆ, ਹੁਣ ਵੀ ਫੇਲ ਹੋਇਆ। ਫਰੀਦਕੋਟ ਦੀਆਂ ਖਬਰਾਂ ਆਈਆਂ ਕਿ ਉੱਥੇ ਵੀ ਜਿਹੜੇ ਜਿੰਨੇ ਵੀ 80-82 ਜਿਹੜੇ ਭੇਜੇ ਗਏ ਵੈਂਟੀਲੇਟਰ, ਉਹਨਾਂ ਵੈਂਟੀਲੇਟਰਾਂ ਚੋਂ ਜਿਹੜੇ 60-70 ਤੇ ਕੰਮੇ ਹੀ ਨਹੀਂ ਕਰਦੇ। ਜਿਹੜੇ ਬਾਕੀ 10-12-15 ਲਾਏ, ਉਹ ਕੋਈ 2 ਘੰਟੇ ਕੰਮ ਕੀਤਾ, ਕੋਈ 4 ਘੰਟੇ ਕੰਮ ਕੀਤਾ, ਠੁੱਸ ਹੋ ਗਿਆ, ਜਿਵੇਂ ਆਤਿਸ਼ਬਾਜ਼ੀ ਵੇਲੇ ਸੁਰਲੀ ਜੀ ਚੱਲਦੀ ਨਹੀਂ, ਉੱਥੇ ਫੁਰ ਕਰਕੇ ਡਿੱਗ ਪੈਂਦੀ ਹੈ। ਇਸ ਤਰ੍ਹਾਂ ਦੀ ਹਾਲ। ਇਹ ਐਡੀ ਵੱਡੀ ਬੇਭਰੋਸਗੀ ਸੂਬਾ ਸਰਕਾਰ ਤੇ ਕੇਂਦਰੀ ਸਰਕਾਰ ਤੇ ਜਿਹੜਾ ਪ੍ਰਾਈਮ ਮਿਨਿਸਟਰ ਕੇਅਰ ਫੰਡ, ਉਹਦੀ ਵਰਤੋਂ ਕਿ ਕੁਵਰਤੋਂ, ਕਿਹਨੂੰ ਪੈਸੇ ਦੇ ਦਿੱਤੇ, ਕਿਉਂ ਨਹੀਂ ਉਹ ਬੰਦੇ ਆ ਕੇ ਲਾ ਕੇ ਗਏ? ਜੇ ਤੁਸੀਂ ਆਪਣੇ ਇੱਥੇ ਭੇਜੇ ਹੈਗੇ ਆ ਵੈਂਟੀਲੇਟਰ ਤੇ ਨਾਲ ਉਹਨਾਂ ਦੇ ਮਕੈਨਿਕ, ਉਹਨਾਂ ਦੇ ਜਿਹੜੇ ਐਕਸਪਰਟ ਬੰਦੇ ਆ, ਉਹ ਕਿਉਂ ਨਹੀਂ ਆਏ? ਕੀ ਉਹਨਾਂ ਦੀ ਵਾਰੰਟੀ ਹੈ ਕਿ ਨਹੀਂ ਹੈ? ਇਹ ਸਾਰੀਆਂ ਗੱਲਾਂ ਕਿਉਂ ਨਹੀਂ ਤੈਅ ਹੁੰਦੀਆਂ? ਦੂਜੀ ਗੱਲ, ਕਿਤੇੋਂ ਪੈਸਾ ਆ ਗਿਆ, ਪ੍ਰਧਾਨ ਮੰਤਰੀ ਨੇ ਆਪਣਾ ਖਾਨਾ ਪੂਰਤੀ ਕਰਕੇ ਆਰਡਰ ਕਰਤਾ ਕਿ ਕਿਸੇ ਕੰਪਨੀਆਂ ਨੇ ਅਪਰੋਚ ਕੀਤਾ ਹੋਣਾ ਕਿ ਵੈਂਟੀਲੇਟਰ ਖਰੀਦ ਲਓ ਜੀ, ਇੱਥੋਂ ਖਰੀਦ ਲਓ, ਇੰਨੇ ਖਰੀਦ ਲਓ। ਟੈਂਡਰ ਆਏ ਨਹੀਂ ਆਏ ਰੱਬ ਜਾਣੇ। ਟੈਂਡਰਾਂ ਨੂੰ ਵੀ ਕਿਵੇਂ, ਇਹਨੂੰ ਕਿਤਨਾ ਨਿਕਲਦਾ। ਜੇ ਤੁਸੀਂ ਰਫਾਲ ਵਾਲੇ ਟੈਂਡਰਾਂ 'ਚ ਇੰਨੀ ਹੇਰਾਫੇਰੀ ਨਜ਼ਰ ਆ ਰਹੀ ਆ, ਤੇ ਇਹ ਤੇ ਛੋਟੀਆਂ ਗੱਲਾਂ, ਇਹ ਤੇ ਆਪਣੇ ਦੇਸ਼ ਦੀਆਂ ਗੱਲਾਂ। ਜੇ ਤੁਸੀਂ ਫਰਾਂਸ ਤੱਕ ਲੋਕਾਂ ਨੂੰ
ਆਪਣੀ ਲਪੇਟ 'ਚ ਲੈ ਸਕਦੇ ਆ ਤੇ ਪ੍ਰਭਾਵਿਤ ਕਰ ਸਕਦੇ ਆ। ਇਹ ਕੋਈ ਨਵੀਂ ਗੱਲ ਨਹੀਂ ਹੈ, ਪਹਿਲਾਂ ਵੀ ਹੋਇਆ, ਵਾਫਰ ਵੇਲੇ ਵੀ ਹੋਇਆ, ਉਦੋਂ ਵੀ ਪਹਿਲਾਂ ਹੁੰਦਾ, ਹਮੇਸ਼ਾ ਡਿਫੈਂਸ ਡੀਲ ਵਿੱਚ ਹੁੰਦਾ। ਇਹ ਵੀ ਉਸੇ ਤਰੀਕੇ ਦੀ ਇੱਕ ਅਹਿਮ ਭੂਮਿਕਾ ਨਿਭਾਉਣ ਵਾਲਾ ਇੰਸਟਰੂਮੈਂਟ ਹੈਗਾ। ਜ਼ਿੰਦਗੀ ਮੌਤ ਦਾ ਸਵਾਲ ਆ, ਉਹਦੇ 'ਚ ਦੇ ਤੇ ਆਰਡਰ। ਹੁਣ ਸੁਖਵਿੰਦਰ ਆਰਡਰ ਦੇਣ ਤੋਂ ਬਾਅਦ ਪੰਜਾਬ ਦੀ ਵੀ ਸਰਕਾਰ ਦੀ ਪੂਰੀ ਜ਼ਿੰਮੇਵਾਰੀ ਬਣਦੀ ਸੀ ਕਿ ਜਦੋਂ ਡਿਲੀਵਰੀ ਹੋਈ ਉਹ ਬੰਦੇ ਨੂੰ ਕਿਉਂ ਨਹੀਂ ਫੜਿਆ, ਜਾਂ ਤੁਸੀਂ ਪ੍ਰਧਾਨ ਮੰਤਰੀ ਕੋਲ ਚੱਕ ਕੇ ਉੱਥੇ ਟਰੱਕ ਭਰ ਕੇ ਵਾਪਸ ਕਿਉਂ ਨਹੀਂ ਕੀਤੇ ਵੇਲੇ ਸਿਰ। ਕਾਰਨ ਇਹ ਹੈ ਕਿ ਇਹਨਾਂ ਕੋਲ ਬੰਦੇ ਹੀ ਨਹੀਂ ਚੈੱਕ ਕਰ ਲਏ, ਇਹਨਾਂ ਨੇ ਕਦੀ ਡਾਕਟਰ ਹੀ ਨਹੀਂ ਭਰਤੀ ਕੀਤੇ। ਅੱਜ ਫੈਸਲਾ ਹੋਇਆ ਕੈਬਨਿਟ ਦਾ ਕਿ ਅਸੀਂ 250 ਡਾਕਟਰ ਭਰਤੀ ਕਰਨੇ ਆ। ਕਿੱਥੋਂ ਲੱਭ ਲਓਗੇ ਡਾਕਟਰ? ਤੁਹਾਡੇ ਕੋਲ ਡਾਕਟਰ ਨਹੀਂ ਆਉਣਗੇ ਚੰਗੇ। ਹੁਣ ਕਾਰਨ ਉਹਦਾ ਇਹ ਹੈ ਕਿ ਚੰਗੇ ਡਾਕਟਰ ਪ੍ਰਾਈਵੇਟ ਵਾਲੇ ਤੁਹਾਡੇ ਨਾਲੋਂ 3-3 ਗੁਣਾ 2-2 ਗੁਣਾ ਤਨਖਾਹਾਂ ਲੈ ਕੇ ਲੈ ਗਏ, ਕਿਉਂਕਿ ਉਹਨਾਂ ਨੇ ਗਾਂ ਲੋਕਾਂ ਦੀ ਉੱਨ ਲਾਉਣੀ ਹੈ। ਉਹ ਤੇ ਜਿਸ ਕਿਸਮ ਨਾਲ ਵੱਡੇ ਪੱਧਰ ਤੇ ਐਸ ਜਿਹੜੀ ਮਹਾਮਾਰੀ ਦੇ ਦੌਰਾਨ ਆਪਣੇ ਹੱਥ ਰੰਗ ਰਹੇ ਆ, ਉਹ ਤੇ ਪੁੱਛੋ ਹੀ ਨਾ। ਇਹਨਾਂ ਦੀ ਅੱਖਾਂ ਦੇ ਸਾਹਮਣੇ ਹੋ ਰਿਹਾ, ਇਹਨਾਂ ਦੇ ਐਨ ਧਿਆਨ ਵਿੱਚ ਹੈ। ਲੋਕ ਹਾਹਾਕਾਰ ਮੱਚੀ ਆ, ਨਾ ਇਹ ਉਹਨਾਂ ਨੂੰ ਰੋਕਦੇ ਆ। ਡਾਕਟਰ ਇਹਨਾਂ ਨੂੰ ਕਿੱਥੋਂ ਲੱਭਣਗੇ ਜਦੋਂ ਵੈਂਟੀਲੇਟਰ ਆ ਗਏ? ਆ ਕਿੰਨਿਆਂ ਜ਼ਿਲ੍ਹਿਆਂ ਦੀਆਂ ਖਬਰਾਂ ਆ ਕਿ ਸਰਕਾਰ ਦੇ ਹਸਪਤਾਲ ਵਿੱਚੋਂ, ਕਿਉਂਕਿ ਉੱਥੇ ਕੋਈ ਬੰਦਾ ਹੀ ਨਹੀਂ ਉਹਨੂੰ ਇਸਤੇਮਾਲ ਕਰਨਾ, ਪ੍ਰਾਈਵੇਟ ਵਾਲਿਆਂ ਨੂੰ ਚੁਕਾਤਾ ਵੀ ਕੋਈ ਤੇ ਉਹਨੂੰ ਇਸਤੇਮਾਲ ਕਰ ਲੇ। ਇਹ ਹਾਲਤ ਬਣ ਗਈ ਹੈ। ਜਿਵੇਂ ਤੁਸੀਂ ਪਬਲਿਕ ਸਕੂਲਾਂ ਦੇ ਵਿੱਚ PPP ਮੋਡ ਦੇ ਵਿੱਚ ਦੂਜਿਆਂ ਨੂੰ ਦੇਈ ਜਾਂਦੇ ਆ, ਇਸੇ ਤਰੀਕੇ ਨਾਲ ਹੋਰ ਪਬਲਿਕ ਸੈਕਟਰ ਦੇ ਵਿੱਚ PPP ਮੋਡ ਪਾ ਕੇ ਆਪ ਕੰਮ ਕਰਨਾ ਨਹੀਂ, ਦੂਜਿਆਂ ਨੂੰ ਪ੍ਰਾਈਵੇਟ ਨੂੰ ਮੁਫਤ ਦਾ ਬਣਿਆ ਬਣਾਤਾ, ਜਗ੍ਹਾ ਜ਼ਮੀਨ ਸਾਰਾ ਇਨਫਰਾਸਟਰਕਚਰ ਹੱਥ 'ਚ ਦੇ ਦੇਣਾ ਤਾਂ ਕਿ ਤੂੰ ਪੈਸੇ ਉੱਪਰੋਂ ਮਲਾਈ ਖਾਣੀ ਸ਼ੁਰੂ ਕਰ ਦੇ ਪ੍ਰਾਈਵੇਟ ਨੂੰ। ਇਹ ਖੁੱਲੀ ਇਜਾਜ਼ਤ, ਇਹ ਇੱਕ ਕੰਮ ਚੱਲੇ ਹੋਏ ਆ। ਮੈਂ ਬਹੁਤਾ ਲੰਬਾ ਟਾਈਮ ਨਹੀਂ ਇਸ ਗੱਲ ਤੇ ਲੈਣਾ ਚਾਹੁੰਦਾ। ਪੰਜਾਬ ਸਰਕਾਰ ਵੀ ਇਸ ਗੱਲ 'ਚ ਉਨੀ ਹੀ ਭਾਗੀ ਹੈਗੀ ਹੈ ਜਿੰਨੀ ਸੈਂਟਰ ਦੀ ਸਰਕਾਰ ਆ, ਕਿਉਂਕਿ ਇਹਨਾਂ ਨੇ ਵੀ ਉਹ ਬਕਸੇ ਖੋਲ ਕੇ ਕਦੀ ਚੈੱਕ ਨਹੀਂ ਕੀਤਾ ਕਿ ਜੇ ਕੱਲ ਨੂੰ ਸਾਨੂੰ ਲੋੜ ਪਈ ਕਿ ਇਹ ਗਾਂ ਹਵਾ ਛੱਡਦੇ ਵੀ ਆ ਕਿ ਉੱਥੇ ਹੀ ਫੁਰ ਕਰਦੇ ਆ, ਜਾਂ ਇਹਨੇ ਐਵੇਂ ਖਾਲੀ ਖੋਖੇ ਇਹਨਾਂ ਨੂੰ 2 ਨੰਬਰੀ ਫੜਾਤੇ ਆ। ਹੁਣ ਇਹ ਜਦੋਂ ਸਿਰ ਤੇ ਪਈ ਆ, ਹੁਣ ਭੱਜ ਨੱਸ ਸਾਰਿਆਂ ਦੀ ਪਈ ਆ। ਔਰ ਮੈਨੂੰ ਨਹੀਂ ਲੱਗਦਾ ਕਿ ਇਸ ਮੂਵਮੈਂਟ ਦੇ ਉੱਤੇ ਵੀ ਤੁਸੀਂ ਉਹ ਸਾਰੀਆਂ ਕਮੀਆਂ ਧੜਾਲੇ ਦੇਣੀ ਧੜੱਕੇ ਇੱਕਦਮ ਯਕਦਮ ਤੁਸੀਂ ਪੂਰੀਆਂ ਕਰ ਪਾਓਗੇ। ਇਹ ਤੇ ਇਉਂ ਆ ਕਿ ਜਦੋਂ ਮਤਲਬ ਇੱਕਦਮ ਤੁਹਾਡੇ ਸਿਰ ਤੇ ਕੋਈ ਸੋਟਾ ਪੈਂਦਾ ਤੇ ਤੁਸੀਂ ਫਟਾਫਟ ਤੁਹਾਨੂੰ ਇਉਂ ਲੱਗਦਾ ਕਿ ਹੁਣ ਅਸੀਂ ਕੀ ਕਰੀਏ। ਹੱਥਾਂ ਪੈਰਾਂ ਦੀ ਜ਼ਰੂਰ ਪਈ ਹੈ, ਪਰ ਕਿਤੇ ਵੀ ਲੀਡਰ ਜਿਸ ਤਰੀਕੇ ਨਾਲ ਲੋਕਾਂ ਨੂੰ ਭਰੋਸਾ ਦੇਣ ਲਈ, ਉਹਨਾਂ ਦੀ ਬਾਂਹ ਫੜਨ ਲਈ ਪਬਲਿਕਲੀ ਰੋਜ਼ ਬਿਆਨ ਆਉਣੇ ਚਾਹੀਦੇ। ਤੁਹਾਨੂੰ ਪਤਾ ਰੋਜ਼ ਬਿਆਨ, ਰੋਜ਼ ਪ੍ਰੈਸ ਕਾਨਫਰੰਸ ਕਰਦਾ ਸੀ ਟਰੰਪ, ਜਿੰਨਾ ਮਰਜ਼ੀ ਮਾੜਾ ਕਹਿ ਲਓ। ਰੋਜ਼ ਸ਼ਾਮ ਨੂੰ ਪ੍ਰੈਸ ਬਰੀਫਿੰਗ ਹੁੰਦੀ ਸੀ ਕਿ ਅੱਜ ਕੀ ਹੈ, ਅੱਜ ਕੀ ਹੈ, ਅੱਜ ਕੀ ਹੈ। ਸਾਡਾ ਪ੍ਰਧਾਨ ਮੰਤਰੀ ਕਿੱਥੇ ਗਿਆ? ਸਾਡਾ ਚੀਫ ਮਿਨਿਸਟਰ ਕਿੱਥੇ ਗਿਆ? ਸਾਡੀਆਂ ਵਿਰੋਧੀ ਪਾਰਟੀਆਂ ਨੂੰ ਵੀ ਮੈਂ ਕਹੂੰਗਾ ਕਿ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਇਹ ਰਾਜਨੀਤੀ ਦਾ ਸਮਾਂ ਨਹੀਂ, ਚਿੱਕੜ ਛਾਲੀ ਦਾ ਤੇ ਜਾਂ ਰਾਜਨੀਤਿਕ ਲਾਹਾ ਲੈਣ ਦਾ ਸਮਾਂ ਨਹੀਂ। ਆਪਾਂ ਦਾ ਸਮਾਂ ਆ, ਇੱਕ ਸਾਡੇ ਤੇ ਬਹੁਤ ਭਾਰੀ ਪੈ ਚੁੱਕੀ ਆ, ਕੋਈ ਆਫਤ ਰੱਬੋਂ ਕਰੋਪੀ ਪੈ ਗਈ ਹੈ। ਆਪਾਂ ਉਸ ਨੂੰ ਰਲ ਮਿਲ ਕੇ ਉਹਦਾ ਮੁਕਾਬਲਾ ਕਰਨਾ। ਰਾਜਨੀਤੀ ਅਸੀਂ ਬਾਅਦ ਵਿੱਚ ਕਰਾਂਗੇ। ਇਹੀ ਗੱਲ ਪ੍ਰਧਾਨ ਮੰਤਰੀ ਲਈ ਵੀ ਹੈ ਕਿ ਉਹ ਵੀ ਸਾਫ਼ ਆਪਣੀ ਛਵੀ ਰੱਖਣ। ਲੋਕਾਂ ਦਾ ਜਿਵੇਂ ਲਗਾਤਾਰ ਸ਼ੰਕੇ ਸੁਭਾ ਜਿਹੜੇ ਆ, ਗਿਲੇ ਸੁਭਾ ਸਾਰੇ ਵੱਧ ਰਹੇ ਆ, ਉਸ ਤੋਂ ਬਾਹਰ ਕਿਵੇਂ ਆਉਣਾ, ਉਹ ਉਸ ਦਾ ਇੰਤਜ਼ਾਮ ਕਰਨ। ਹਾਂਜੀ ਬਿਲਕੁਲ ਚਾਹੀਦਾ ਤਾਂ ਇਹ ਹੈ ਪ੍ਰੋਫੈਸਰ ਸਾਹਿਬ, ਆਪਾਂ ਦੇਖਦੇ ਰਹਿੰਦੇ ਆ ਕਿ ਟਵੀਟ ਹੁੰਦੇ ਨੇ, ਸੰਬਿਤ ਪਾਤਰਾ ਵਰਗੇ ਟਵੀਟ ਕਰ ਦਿੰਦੇ ਨੇ ਕਿ PM ਕੇਅਰ ਫੰਡ ਵਿੱਚੋਂ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਭੇਜ ਦਿੱਤਾ, ਤੇ ਇਸ ਗੱਲ ਦੀ ਵੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ ਕਿ ਜੇ ਉਸ ਵਿੱਚ ਖਰਾਬੀ ਹੈ ਤਾਂ ਉਹਦਾ ਵੀ ਟਵੀਟ ਕਰ ਦੇਣ ਕਿ ਜੀ ਅਸੀਂ ਆਹ ਚੀਜ਼ ਭੇਜੀ ਸੀ PM ਕੇਅਰ ਫੰਡ ਚੋਂ, ਇਹਦੇ ਵਿੱਚ ਖਰਾਬੀ ਆ ਗਈ, ਹੁਣ ਅਸੀਂ ਇਹਦੇ ਬਾਰੇ ਜਿਹੜਾ ਆਪਣੀ ਜ਼ਿੰਮੇਵਾਰੀ ਲੈਂਦੇ ਆ ਤੇ ਅੱਗੋਂ ਇਹਨੂੰ ਠੀਕ ਮੁਰੰਮਤ ਕਰਾਉਣੇ। ਪਰ ਸ਼ਾਇਦ ਇਹੋ ਜਿਹੀ ਇੱਛਾ ਸ਼ਕਤੀ ਹੈ ਨਹੀਂ ਇਹਨਾਂ ਦੇ ਵਿੱਚ। ਹੁਣ ਪ੍ਰੋਫੈਸਰ ਸਾਹਿਬ, ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਕਰੋਨਾ ਦੇ ਦੌਰਾਨ ਪਹਿਲਾ ਗੇੜ ਵੀ ਬੜਾ ਮਾੜਾ ਰਿਹਾ, ਹੁਣ ਦੂਜੇ ਗੇੜ ਦੇ ਵਿੱਚ ਲੋਕ ਹਾਲੇ ਵੀ ਜਿਹੜਾ ਸਰਕਾਰਾਂ ਵੱਲ ਤੱਕਦੇ ਨੇ ਕਿ ਕਿਤੇ ਸਕੂਲਾਂ ਵੱਲੋਂ ਕਿਤੇ ਮਾਫੀ ਮਿਲ ਜੇ, ਕਿਤੇ ਸਾਨੂੰ ਫੀਸਾਂ ਵੱਲੋਂ ਕਿਤੇ ਮਾਫੀ ਮਿਲ ਜੇ, ਸਾਨੂੰ ਜਿਹੜੀਆਂ ਕਿਸ਼ਤਾਂ ਜਾਂਦੀਆਂ ਉਧਰੋਂ ਕਿਤੇ ਥੋੜਾ ਜਿਹਾ ਰਾਹਤ ਮਿਲ ਜੇ, ਬਿਜਲੀ ਵਾਲੇ ਬਿੱਲ ਤੋਂ ਰਾਹਤ ਮਿਲ ਜੇ। ਪਰ ਇਹੋ ਜਿਹਾ ਕੋਈ ਵੀ ਫੈਸਲਾ ਹੁਣ ਤੱਕ ਕੇਂਦਰ ਦੀ ਸਰਕਾਰ ਨੇ ਜਾਂ ਸੂਬਿਆਂ ਦੀ ਸਰਕਾਰ ਦੇ ਵੱਲੋਂ ਕੋਈ ਨਜ਼ਰ ਨਹੀਂ ਆਇਆ। ਹਾਲਾਂਕਿ ਇੱਕ ਕੇਰਲ ਵਾਲਾ ਆ, ਉਹ ਵੀ ਥੋੜਾ ਜਿਹਾ ਦੱਸ ਕੀ ਚਾਹੀਦਾ ਇਹਨਾਂ ਨੂੰ। ਇਹ ਬਿਲਕੁਲ ਠੀਕ ਹੈ, ਪਿਛਲੀ ਵਾਰੀ ਕੀਤਾ ਸੀ। ਦੇਖੋ ਇਹ ਬੜੀ ਹੈਰਾਨੀ ਦੀ ਗੱਲ ਆ, ਯਾਨੀ ਸਰਕਾਰਾਂ ਦੇ ਦਿਮਾਗ ਦੀ ਗੱਲ ਸੁਣ ਲਓ ਤੁਸੀਂ ਕਿ ਪਿਛਲੀ ਵਾਰੀ ਜਿਹੜੀ ਸਾਡੀ ਕਰੋਨਾ ਦਾ ਵੇਰੀਐਂਟ ਸੀ ਜਾਂ ਜਿਹੜੀ ਉਹਦੀ ਕਿਸਮ ਸੀਗੀ, ਉਹ ਹਲਕੀ ਸੀਗੀ, ਤੇਜ਼ੀ ਨਾਲ ਫੈਲਦੀ ਨਹੀਂ ਸੀ, ਪਿੰਡਾਂ 'ਚ ਗਈ ਨਹੀਂ, ਉਹਦੀ ਵਿਪਤਾ ਐਡੀ ਵੱਡੀ ਨਹੀਂ ਸੀ।
ਉਦੋਂ ਇਹ ਥਾਲੀਆਂ ਤਾਲੀਆਂ ਵਜਾ ਕੇ ਮੋਮਬੱਤੀਆਂ ਜਗਾ ਕੇ ਤੇ ਆ ਹੁਣ ਗਾਂ ਦਾ ਗੋਬਰ ਮਲ ਕੇ ਕਹਿੰਦੇ ਅਸੀਂ ਉਹਨੂੰ ਪਜਾ ਲੈਣਾ, ਗੋ ਕਰੋਨਾ ਇਹੋ ਜਿਹਾ ਵੀ ਕਈ ਕੁਛ ਹੋਇਆ, ਮਤਲਬ ਜੰਤਰ ਮੰਤਰ ਵੀ ਸਾਰੇ ਕੀਤੇ। ਪਰ ਉਹ ਕਰੋਨਾ ਇੰਨਾ ਵਿਰੂਲੈਂਟ ਜਿਹਨੂੰ ਕਹਿੰਦੇ ਇੰਨਾ ਘਾਤਕ ਨਹੀਂ ਸੀਗਾ, ਇਸ ਕਰਕੇ ਉਹ ਆਪ ਹੀ ਪਿੱਛੇ ਨੂੰ ਚਲਾ ਗਿਆ ਤੇ ਇਹਨਾਂ ਨੂੰ ਲੱਗਾ ਕਿ ਅਸੀਂ ਉਸ ਨੂੰ ਭਜਾਤਾ। ਅਸਲ 'ਚ ਉਹ ਸੀਗਾ ਹੀ ਕਮਜ਼ੋਰ, ਤੁਸੀਂ ਕੀ ਭਜਾਉਣਾ ਸੀ ਉਹਨੇ। ਉਹ ਦੁਬਾਰਾ ਵੱਡੀ ਤਿਆਰੀ ਕਰਕੇ ਆਪਣੇ ਆਪ ਨੂੰ ਜ਼ਿਆਦਾ ਸਸ਼ਕਤ ਕਰਕੇ ਉਹਨੇ ਦੁਬਾਰਾ ਵੱਡਾ ਧਾਵਾ ਬੋਲਿਆ। ਜਦ ਇਹਨਾਂ ਨੂੰ ਟਾਈਮ ਮਿਲ ਗਿਆ ਸੀ ਕਿ ਜੇ ਉਹ ਪਿੱਛੇ ਗਿਆ ਤੇ ਹੁਣ ਅਗਲੀ ਵਾਰ ਜੇ ਕੋਈ ਇਹੋ ਜਿਹੀ ਆਫਤ ਆ ਗਈ ਤੇ ਅਸੀਂ ਉਹਦੀ ਤਿਆਰੀ ਕਰੀਏ। ਪਿਛਲੀ ਵਾਰੀ 3 ਹਫ਼ਤੇ ਤੁਸੀਂ ਲਾਕਡਾਊਨ ਕਰਤਾ, ਕਿਤੇ ਚਿੜੀ ਨਹੀਂ ਹਿੱਲਣ ਦਿੱਤੀ, ਕੋਈ ਬੱਸ ਨਹੀਂ, ਕੋਈ ਗੱਡੀ ਨਹੀਂ, ਲੋਕਾਂ ਨੂੰ ਬਾਹਰ ਜਾਣੀ, ਬਾਹਰ ਅੰਦਰ ਜਾਣਾ, ਸਾਹ ਲੈਣਾ ਵੀ ਔਖਾ ਹੋ ਗਿਆ ਸੀ, ਤੁਸੀਂ ਘਰ ਦੇ ਬਾਹਰ ਸੈਰ ਕਰਨੀ ਵੀ ਔਖੀ ਹੋ ਗਈ ਸੀ, ਪੁਲਿਸ ਤੁਹਾਡੇ ਪਿੱਛੇ ਪੈਂਦੀ ਸੀ। ਐਤਕੀ ਜਦੋਂ ਪਿਛਲੀ ਵਾਰ ਨਾਲੋਂ 10 ਗੁਣਾ ਜ਼ਿਆਦਾ ਉਹਦਾ ਅਟੈਕ ਆ, ਕੋਈ ਉਹੋ ਜਿਹਾ ਕੋਈ ਹਾਲਾਤ ਨਹੀਂ ਹੈ, ਨਾ ਕੋਈ ਉਹਦੇ 'ਚ ਮਦਦ ਦੀ ਗੱਲ, ਸਾਰਾ ਐਕਸਪੋਜ਼ ਹੋ ਗਿਆ ਕਿ ਕਿੰਨਾ ਖੋਖਲਾਪਣ ਸੀਗਾ। ਫਿਰ ਇਹਦਾ ਮਤਲਬ ਕਿ ਜੋ ਪਿਛਲੀ ਵਾਰੀ ਤੇ ਜਿੰਨੀ ਰਾਹਤ 6000 ਰੁਪਈਆ ਕਹਿੰਦੇ ਅਸੀਂ 10 ਕਰੋੜ ਲੋਕਾਂ ਨੂੰ ਕਿਸਾਨਾਂ ਨੂੰ ਦੇਣਾ, ਉਹ ਵੀ 3 ਕਿਸ਼ਤਾਂ 'ਚ 4-4 ਮਹੀਨਿਆਂ ਬਾਅਦ, 6 ਕਰੋੜ ਨਾਲ ਕੋਈ ਰਾਹਤ ਹੈ? ਮੈਨੂੰ ਇਹ ਦੱਸੋ। 6000 ਕਰੋੜ ਦੇ ਨਾਲ ਜਿਹੜੀ 6000 ਰੁਪਈਏ ਨਾਲ, 6000 ਕਰੋੜ ਨਹੀਂ, 6000 ਰੁਪਈਏ ਦੇ ਨਾਲ ਕੋਈ ਸਾਲ ਦੇ ਅੰਦਰ ਪੂਰੇ ਸਾਲ ਲਈ ਕਿਸਾਨ ਆਪਣਾ ਇਹ ਦੁੱਖ ਹੋ ਜੂਗਾ। ਜਾਣੀ 15 ਦਿਨ ਦਾ ਖਰਚਾ ਇੱਕ ਕਿਸਾਨ ਦਾ, ਬਾਕੀ ਕੀ ਕਰੂਗਾ? ਬਾਕੀ ਜਿਹੜੇ ਸਾਰਾ ਸਾਲ ਦਾ ਜਿਹੜਾ ਉਹਦਾ ਖਰਚਾ, ਘੱਟੋ ਘੱਟ ਤੁਸੀਂ 6 ਮਹੀਨੇ ਦਾ ਖਰਚਾ ਤੇ ਦਿਓ। ਜੇ ਤੁਸੀਂ ਕਿਸੇ ਨੂੰ ਦੇਣਾ, ਜੇ ਉਦੋਂ ਵੀ ਥੱਲੇ ਦੇਣਾ 3 ਦਾ ਤੇ ਦਿਓ, ਤੁਸੀਂ 15 ਦਿਨ ਦਾ ਦੇ ਰਹੇ, ਉਹਦੇ ਨਾਲ ਕੀ ਤੁਸੀਂ ਰਾਹਤ ਦੇਤੀ? ਕੁਛ ਨਹੀਂ ਹੈ ਕਿਸੇ ਕਿਸਮ ਦੀ। ਮੈਂ ਤੁਹਾਡੇ ਸਾਹਮਣੇ ਥੋੜੇ ਅੰਕੜੇ ਰੱਖਣੇ ਚਾਹੁੰਦਾ ਸੁਖਵਿੰਦਰ। ਜਾਪਾਨ ਨੇ ਆਪਣੀ GDP ਦਾ, ਜਿਹੜੀ ਉਹਨਾਂ ਦੀ ਟੋਟਲ GDP ਦਾ ਗ੍ਰੋਸ ਡੋਮੈਸਟਿਕ ਪ੍ਰੋਡਕਸ਼ਨ ਕਹਿੰਦੇ ਆ, ਜਾਣੀ ਜਿਹੜੀ ਧਨ ਦੌਲਤ ਉਹਨਾਂ ਦੇ ਦੇਸ਼ ਅੰਦਰ ਪੈਦਾ ਹੁੰਦੀ, ਉਹਦਾ 20% ਲੋਕਾਂ ਨੂੰ ਸਿੱਧੀ ਮਦਦ ਦੇ ਵਿੱਚ ਦਿੱਤਾ। ਅਮਰੀਕਾ ਨੇ ਤਕਰੀਬਨ 13% ਲੋਕਾਂ ਨੂੰ ਸਿੱਧਾ ਉਹਨਾਂ ਦੀ ਮਦਦ ਦੇ ਵਿੱਚ ਡਾਲਰ ਪਾਏ, ਪੈਸੇ ਪਾਏ। ਬੇਰੁਜ਼ਗਾਰਾਂ ਨੂੰ, ਜਿਨ੍ਹਾਂ ਦੇ ਛੋਟੇ ਕਾਰੋਬਾਰ ਤਬਾਹ ਹੋ ਗਏ, ਉਹਨਾਂ ਨੂੰ ਚੈੱਕ ਭੇਜੇ। ਇਹ ਆ ਹੁਣੇ ਫਿਰ ਪੈਸਾ ਜਿਹੜਾ ਮਨਜ਼ੂਰ ਹੋਇਆ ਉਹ 1.9 ਟ੍ਰਿਲੀਅਨ ਡਾਲਰ ਜੋ ਬਾਈਡਨ ਨੇ ਮਨਜ਼ੂਰ ਕਰਾਇਆ ਕਿ ਅਸੀਂ ਲੋਕਾਂ ਦੀ ਮਦਦ ਕਰਨੀ ਆ। ਉਹਨਾਂ ਨੂੰ ਪਤਾ ਕਿ ਜੇ ਮਦਦ ਇਹ ਲੋਕਾਂ ਦੀ ਤੇ ਮਦਦ ਦਾ ਨਾਂ ਆ, ਅਸਲ ਮਾਨੇ 'ਚ ਇਕਨੋਮੀ ਉਹਨਾਂ ਦੀ ਐਨ ਠੰਡੇ ਬਸਤੇ ਪੈ ਜੂਗੀ ਜੇ ਉਹ ਪੈਸੇ ਨਾ ਲੋਕਾਂ 'ਚ ਵੰਡੇ। ਪੈਸੇ ਵੰਡ ਕੇ ਹੀ ਇਕਨੋਮੀ ਦੇ ਵਿੱਚ ਗਰਮੈਸ਼ ਆਉਣੀ ਆ ਤੇ ਉਹਨਾਂ ਨੂੰ ਪਤਾ ਕਿ ਅਸੀਂ ਆਪਣੀ ਅਰਥ ਵਿਵਸਥਾ ਨੂੰ ਬਚਾਉਣਾ ਕਿਵੇਂ ਆ। ਓਵਰਆਲ ਮੈਂ ਤੁਹਾਨੂੰ ਕਹਿ ਲਿਆ ਕਿ ਸਾਰੇ ਹੀ 20 ਦੇਸ਼ਾਂ ਦਾ ਮੇਰੇ ਕੋਲ ਮੈਂ ਅੰਕੜੇ ਦੇਖ ਰਿਹਾ ਸੀਗਾ, 10% ਤੋਂ ਲੈ ਕੇ 20% ਤੱਕ ਜਿਹੜੇ ਟੌਪ ਦੇ 20 ਕੰਟਰੀ ਆ, ਉਹਨਾਂ ਦੇ ਵਿੱਚ ਅਮਰੀਕਾ, ਹੋਰ ਚੰਗੇ ਕੰਟਰੀ ਵੀ ਕਈ ਆਉਂਦੇ ਆ, ਛੋਟੇ ਕੰਟਰੀ ਵੀ ਆਉਂਦੇ ਆ, ਸਕੈਂਡੀਨੇਵੀਅਨ ਕੰਟਰੀ ਵੀ ਆਉਂਦੇ ਆ, ਮਾਲੀ ਵਰਗੇ ਬਹੁਤ ਛੋਟੇ ਕੰਟਰੀ ਵੀ ਆਉਂਦੇ। ਜਾਣੀ ਉਹਨਾਂ ਨੇ ਇੰਨਾ ਪੈਸਾ ਜਿਹੜਾ ਲੋਕਾਂ 'ਚ ਸਿੱਧਾ ਵੰਡਿਆ, ਆਪਣੇ 10 ਤੋਂ 20% GDP ਦਾ, ਜਿਹੜੀ ਉਹਨਾਂ ਦੀ ਟੋਟਲ ਦੇਸ਼ ਦੀ ਆ। ਸਾਡੇ ਕੀ ਕੀਤਾ? ਸਾਡੇ ਪਿਛਲੀ ਵਾਰੀ ਜਦੋਂ ਇਹ ਕਰੋਨਾ ਦੀ ਆਫਤ ਆਈ ਤੇ ਜਿਹੜੀ ਨਿਰਮਲਾ ਸੀਤਾਰਮਨ ਆ, ਪੁਰਾਣਾ ਬਜਟ ਦੁਬਾਰਾ ਪੜ੍ਹਨ ਬਹਿ ਗਈ, 5 ਦਿਨ ਬੋਰ ਕਰਦੇ ਰਹੀ ਟੀਵੀ ਦੇ ਉੱਤੇ ਤੇ ਕਹਿੰਦੇ ਕਿ ਅਸੀਂ 20 ਲੱਖ ਕਰੋੜ ਰੁਪਈਆ ਲੋਕਾਂ ਨੂੰ ਦੇ ਰਹੇ। 20 ਲੱਖ ਦਾ ਮਤਲਬ 10% ਸਾਡੀ GDP ਦਾ। ਇੰਨਾ ਝੂਠ, 10 ਰੁਪਈਏ ਨਹੀਂ ਦਿੱਤੇ ਕਿਸੇ ਨੂੰ। ਅਸਲ ਮਾਨੇ 'ਚ ਜਿਹੜਾ ਪੈਸਾ ਦਿੱਤਾ ਇੰਨਾ ਕੀ ਹੈ, ਜਿਹੜਾ ਮੈਂ ਤੁਹਾਨੂੰ ਕਹਿ ਰਿਹਾ, ਕੁੱਲ ਜੇ ਕੈਲਕੂਲੇਟ ਕਰੋ ਤੇ ਤਕਰੀਬਨ ਅੱਧਾ % GDP ਦਾ ਦਿੱਤਾ। ਜਦ ਕਿ ਘੱਟੋ ਘੱਟ ਵੀ ਜੇ ਇਹਨਾਂ ਨੇ ਦੇਣਾ, ਜੇ ਦੇਸ਼ ਦੀ ਇਕਨੋਮੀ ਨੂੰ ਮਾੜਾ ਮੋਟਾ ਵੀ ਕਿਤੇ ਰਾਹਤ ਦੇਣੀ ਆ ਤਾਂ ਕਿ ਬਚਾ ਕੇ ਰੱਖਣਾ, ਤਾਂ ਇਹਨਾਂ ਨੂੰ 10 ਲੱਖ ਕਰੋੜ ਰੁਪਈਆ ਦੇਣਾ ਪੈਣਾ। ਜੇ ਇਹਨਾਂ ਨੇ ਠੀਕ ਠਾਕ ਚਲਾ ਕੇ ਰੱਖਣੀ ਆ ਫਿਰ ਇਹਨਾਂ ਨੂੰ 20 ਲੱਖ ਕਰੋੜ ਰੁਪਈਆ ਦੇਣਾ ਪੈਣਾ। ਤੇ 20 ਲੱਖ ਕਰੋੜ ਰੁਪਈਆ ਦੇ ਇਹਨਾਂ ਦਾ ਟੋਟਲ ਸਾਲ ਦਾ ਬਜਟ ਆ, ਉਹਦੇ ਚੋਂ ਵੀ 14-15 ਲੱਖ ਕਰੋੜ ਰੁਪਈਆ ਇਧਰੋਂ ਕਰਜ਼ਾ ਲੈ, ਉਧਰੋਂ ਕਰਜ਼ਾ ਲੈ, ਕੋਈ ਸਿਕਿਉਰਿਟੀਜ਼, ਕੋਈ ਕੁਛ ਜਾਣੀ ਲੋਨ ਲੈ, ਉਸ ਹਿਸਾਬ ਨਾਲ ਦੇਸ਼ ਨੂੰ ਚਲਾਇਆ ਜਾ ਰਿਹਾ। ਇਸ ਜਿਹੜੀ ਮਹਾਮਾਰੀ ਫੈਲੀ ਹੈ ਇਹ ਹੁਣ ਸ਼ਹਿਰਾਂ 'ਚ ਨਹੀਂ ਹੈ, ਵਪਾਰੀਆਂ ਦਾ ਤੇ ਪੱਠਾ ਬੈਠ ਹੀ ਗਿਆ, ਛੋਟੇ ਕਾਰੋਬਾਰੀਆਂ ਦਾ ਪੱਠਾ ਬੈਠ ਗਿਆ। ਮੈਂ ਸਾਹਮਣੇ ਦੇਖਦਾ, ਸੜਕ ਤੇ ਬਾਹਰ ਬੈਠ ਕੇ ਮੈਂ ਫਸਟ ਫਲੋਰ ਤੋਂ ਦੇਖਦਾ ਰਹਿਣਾ, ਨਵੇਂ ਮੁੰਡੇ ਆਉਂਦੇ ਆ, ਕੋਈ ਖਰਬੂਜੇ ਵੇਚਣ ਲਈ, ਕੋਈ ਖਾਂਦਾ ਨਹੀਂ। ਮੇਰਾ ਜੀ ਕਰਦਾ ਖਰਬੂਜੇ ਖਾ ਕੇ ਲੈ ਕੇ ਇਹਨਾਂ ਕੋਲ ਖਰੀਦ ਕੇ ਗਾਈਆਂ ਨੂੰ ਪਾ ਦਿਆਂ ਤਾਂ ਕਿ ਇਹਨਾਂ ਨੂੰ 4 ਪੈਸੇ ਦੇ ਬਣ। ਸਰਕਾਰ ਕਿਉਂ ਨਹੀਂ ਇੰਝ ਸੋਚਦੀ? ਜੇ ਤੁਸੀਂ ਉਹਨਾਂ ਗਰੀਬਾਂ ਨੂੰ ਜਿਹੜੇ ਭੁੱਖੇ ਮਰਦੇ ਰੇੜੀਆਂ ਲਾ ਕੇ ਧੱਕੇ ਨਾਲ, ਵਿਚਾਰੇ ਨਿੱਕੇ ਮੁੰਡੇ, ਕੋਈ ਕੁਛ ਉਹਨਾਂ ਕੋਲ ਕੁਛ ਨਹੀਂ ਰਿਹਾ ਕੰਮ। ਅੱਜ ਸਰਵੇ ਆ ਗਿਆ, 25 ਕਰੋੜ ਲੋਕ
ਜਿਹੜੀ ਮਿਨੀਮਮ ਵੇਜ ਤੋਂ, ਜਿਹੜੀ ਪਾਵਰਟੀ ਲਾਈਨ ਮਿਨੀਮਮ ਵੇਜ ਨਾਲ ਮੇਜਰ ਹੁੰਦੀ ਆ, ਉਹਦੇ ਤੋਂ ਥੱਲੇ ਡਿੱਗ ਪਏ 25 ਕਰੋੜ ਲੋਕ ਆ ਪਿਛਲੇ ਸਾਲ 1.5 ਸਾਲ ਦੇ ਅੰਦਰ। ਜਿੰਨੇ ਤੁਹਾਡੇ ਸੈਲਰੀਡ ਲੋਕ ਸੀ ਉਹਨਾਂ ਚੋਂ ਅੱਧੇ ਲੋਕ ਜੌਬ ਤੋਂ ਬਾਹਰ ਹੋ ਗਏ, ਔਰ ਕੋਈ ਉਹਨਾਂ ਚੋਂ 30% ਆਪਣੇ ਛੋਟੇ ਮੋਟੇ, ਕੋਈ ਜਿਹੜੇ ਮੋਦੀ ਜੀ ਕਹਿੰਦੇ ਪਕੌੜੇ ਵੇਚ ਲਓ, ਚਾਹ ਲਾ ਲਓ, ਕੋਈ ਕਾਰੋਬਾਰ ਛੋਟਾ, ਕੋਈ ਇਧਰੋਂ ਉਧਰੋਂ ਹੱਥ ਪੈਰ ਮਾਰ ਰਹੇ ਆ। 10% ਉਹਨਾਂ ਚੋਂ ਕੈਜੂਅਲ ਲੇਬਰ, ਦਿਹਾੜੀਦਾਰ ਬਣ ਕੇ, ਦਿਹਾੜੀ ਕਿੱਥੋਂ ਮਿਲਣੀ ਆ? ਦਿਹਾੜੀ ਤੇ ਪਹਿਲਿਆਂ ਨੂੰ ਨਹੀਂ ਮਿਲ ਰਹੀ। ਬਹੁਤ ਬੁਰਾ ਹਾਲ ਦੇਸ਼ ਦੀ ਇਕਨੋਮੀ ਦਾ ਹੋ ਗਿਆ। ਇਹਨਾਂ ਹਾਲਾਤਾਂ ਦੇ ਵਿੱਚ ਜੇ ਜਿੰਨੀ ਬੇਰੁਜ਼ਗਾਰੀ ਦਾ ਲੈ ਲਓ ਤੁਸੀਂ, 7.4% ਜਿਹੜੀ ਬੇਰੁਜ਼ਗਾਰੀ ਦਾ ਲੈਵਲ ਹੈਗਾ, ਉਹ ਪਹਿਲਾਂ ਜਦੋਂ 6.1% ਸੀ, ਅਸੀਂ 45 ਸਾਲਾਂ ਦੀ ਸਭ ਤੋਂ ਵੱਡੀ ਬੇਰੁਜ਼ਗਾਰੀ। ਜੇ 7.4 ਦਾ ਬੇਰੁਜ਼ਗਾਰ ਦਾ ਹੋ ਗਿਆ, ਇਹਦਾ ਮਤਲਬ ਦੇਸ਼ ਦੇ ਅੰਦਰ ਇਸ ਵੇਲੇ ਸਭ ਤੋਂ ਪੀਕ ਪੀਰੀਅਡ ਆ ਬੇਰੁਜ਼ਗਾਰੀ ਦਾ, ਨੌਜਵਾਨਾਂ ਦਾ। ਇਸ ਹਾਲਾਤ ਜਿਹੜੀ ਇਕਨੋਮੀ ਸਾਡੀ ਡਿੱਗ ਪਈ ਹੈ ਚਾਰੇ ਪਾਸਿਓਂ, ਤੁਸੀਂ ਜੇ ਉਹਨੂੰ ਠੁੰਮਣਾ ਨਹੀਂ ਦਿਓਗੇ, ਪੈਸੇ ਲੋਕਾਂ 'ਚ ਨਹੀਂ ਵੰਡੋਗੇ, ਜੇ ਤੁਸੀਂ ਲੋਕਾਂ ਦੇ ਬਿੱਲ ਮਾਫ ਨਹੀਂ ਕਰੋਗੇ, ਜੇ ਤੁਸੀਂ ਜਿਹੜੇ ਛੋਟੇ ਕਾਰੋਬਾਰੀ ਹੈ ਉਹਨਾਂ ਦੀ ਜੋ ਵੀ ਹੈ GST 'ਚ ਸਹੂਲੀਅਤ ਦਿਓ, ਉਹਨਾਂ ਦੇ ਅਕਾਊਂਟਾਂ 'ਚ ਪੈਸੇ ਪਾਓ, ਆਟੋ ਵਾਲੇ ਆ, ਰਿਕਸ਼ੇ ਵਾਲੇ ਆ, ਹੋਰ ਛੋਟੇ ਛੋਟੇ ਬੇਰੁਜ਼ਗਾਰ ਆ, ਨੌਜਵਾਨ ਬੇਰੁਜ਼ਗਾਰ ਆ, ਉਹਨਾਂ ਦੀਆਂ ਲਿਸਟਾਂ ਬਣਾਓ। ਜਿਨ੍ਹਾਂ ਦਾ ਵੀ ਕਾਰੋਬਾਰ ਅਫੈਕਟ ਹੋਇਆ, ਬੜੇ ਬੁਰੇ ਤਰੀਕੇ ਨਾਲ ਅਫੈਕਟ ਹੋਇਆ, ਤੁਸੀਂ ਉਹਨਾਂ ਦਾ ਇੱਕ ਕੰਮ ਇਹ ਜ਼ਰੂਰੀ ਬਣਦਾ ਤੁਰੰਤ ਕਿ ਉਹਨਾਂ ਦੇ ਖਾਤਿਆਂ 'ਚ ਪੈਸੇ ਪਾਉਣ, ਗੱਲਾਂ ਨਾ ਪਾਉਣ, ਪੈਸੇ ਪਾਉਣ। ਇਹ ਕਹਿਣਗੇ ਪੈਸੇ ਲਿਆਈਏ ਕਿੱਥੋਂ? ਸੈਂਟਰ ਦੇ ਕੋਲੋਂ ਪੈਸੇ ਮੰਗੋ, ਸੈਂਟਰ ਨੂੰ ਕਹੋ ਕਿ GST ਦੇ, ਜਿਵੇਂ ਪੱਛਮੀ ਬੰਗਾਲ ਦੇ ਫਾਈਨੈਂਸ ਮਿਨਿਸਟਰ ਨੇ ਤੁਰੰਤ ਚਿੱਠੀ ਲਿਖੀ ਹੈ, ਜੇ ਕੱਲ ਹੀ ਸਹੁੰ ਚੁੱਕੀ ਹੈ, ਕਹਿ ਕੇ ਕਿ ਜਿਹੜੀ ਇੱਕ GST ਦੀ ਸਾਰੀ ਮੀਟਿੰਗ ਸੱਦੀ ਜਾਏ, ਉਹਦੇ 'ਚ ਸਾਨੂੰ ਵੱਧ ਪੈਸੇ ਸੈਂਟਰ ਤੋਂ ਮਿਲਣ, ਇਹ ਐਮਰਜੈਂਸੀ ਹੈਲਪ ਚਾਹੀਦੀ ਹੈ। ਦੂਜਾ, ਠੱਗੀ ਠੋਰੀ ਬੰਦ ਕਰ ਦਿਓ। 6 ਮਹੀਨੇ ਸਾਲ ਕੀ ਆ, ਬਥੇਰੇ ਪੈਸੇ ਤੁਹਾਡੇ ਕੋਲ ਹੈਗੇ, ਸਾਰੇ ਮਿਨਿਸਟਰਾਂ ਕੋਲ ਬਥੇਰੇ ਪੈਸੇ ਆ ਜਿੰਨਾ ਰੇਤਾ, ਬਜਰੀ, ਸ਼ਰਾਬ, ਨਸ਼ਿਆਂ ਦੇ ਪੈਸੇ, ਇਹਨਾਂ ਚੋਂ ਕੱਢੋ, ਕਰੋ ਕੋਈ ਪੈਸੇ ਇਧਰੋਂ ਟਰਾਂਸਪੋਰਟ ਚੋਂ, ਜਾਂ ਹੋਰ ਨਾ, ਟਰਾਂਸਪੋਰਟ ਦਾ ਵੀ ਪੱਠਾ ਬਹਿ ਗਿਆ, ਲੋਕ ਜਾਂਦੇ ਨਹੀਂ ਹੈ, ਉਹ ਅੱਧੀ ਕਰਤੀ ਆ, ਕਈ ਕੁਛ ਹੋ ਰਿਹਾ। ਜਾਣੀ ਓਵਰਆਲ ਮੈਂ ਤੁਹਾਨੂੰ ਕਹਿ ਰਿਹਾ, ਜੋ ਦੇਸ਼ ਦੇ ਅੰਦਰ ਜਿਸ ਵੱਡੇ ਪੱਧਰ ਤੇ ਆਰਥਿਕ ਤਬਾਹੀ ਮਚ ਚੁੱਕੀ ਹੈ, ਕਰੋਨਾ ਤੁਹਾਨੂੰ ਛੋਟਾ ਲੱਗਣ ਲੱਗ ਜੂ, ਭਾਵੇਂ ਕਰੋਨਾ ਇਸ ਵਾਰੀ ਜਿਹੜੀ ਦੂਜੀ ਗੇੜ ਦੀ ਕਰੋਨਾ ਆ ਉਹ ਬਹੁਤ ਤਬਾਹ ਕਰਨੇ ਆ। ਸਾਡੇ ਕੋਲ ਲਾਸ਼ਾਂ ਨਹੀਂ ਸਾਂਭੀਆਂ ਜਾ ਰਹੀਆਂ, ਜਲਾਉਣ ਜੋਗੇ ਲਾਸ਼ਾਂ ਨੂੰ ਅੰਤਮ ਸੰਸਕਾਰ ਕਰਨ ਲਈ ਪੈਸੇ ਨਹੀਂ ਲੋਕਾਂ ਕੋਲ। ਉਧਰ ਵੀ ਠੇਕੇਦਾਰ ਦੁੱਗਣੀ ਤਿੱਗਣੀ ਕੀਮਤ, ਟੈਕਸੀਆਂ ਵਾਲੇ 10-10 ਗੁਣਾ ਪੈਸੇ ਮੰਗਣ ਲੱਗ ਗਏ, ਇਹ ਦਵਾਈਆਂ ਦੀਆਂ ਬਲੈਕ 'ਚ ਵਿਕਣ ਲੱਗੇ। ਕੀ ਸਰਕਾਰ ਸੁੱਤੀ ਪਈ ਹੈ? ਕਿਉਂ ਨਹੀਂ ਜੁੱਤੀਆਂ ਮਾਰਦੀ ਇਹਨਾਂ ਦੇ? ਕਿਉਂ ਨਹੀਂ ਉਹਨਾਂ ਨੂੰ ਫੜ ਕੇ ਜੇਲ੍ਹ 'ਚ ਦਿੰਦੀ? ਤੁਸੀਂ ਜੇ ਕੋਈ ਤੁਹਾਡਾ ਪ੍ਰੋਟੈਸਟ ਕਰਦਾ, ਉਹਨੂੰ ਤੇ ਫੜ ਕੇ ਤੁਸੀਂ ਕਦੀ ਨੈਸ਼ਨਲ ਸਿਕਿਉਰਿਟੀ ਐਕਟ, NSA ਦੇ ਥੱਲੇ ਦੱਬਦੇ ਆ, UAPA ਦੇ ਥੱਲੇ ਆ। ਕੱਲ ਕੁੜੀ ਜਿਹੜੀ ਨਰਵਾਲ ਕੁੜੀ ਆ, ਉਹਨੂੰ ਤੁਸੀਂ ਇਜਾਜ਼ਤ ਨਹੀਂ ਦਿੱਤੀ, ਪਿਓ ਦੀ ਮੌਤ ਹੋ ਰਹੀ ਸੀ, ਉਹ ਐਡਾ ਤਕੜਾ ਸੋਸ਼ਲ ਐਕਟਿਵਿਸਟ ਸੀ, ਪ੍ਰਧਾਨ ਰਿਹਾ ਕਿਸੇ ਵੇਲੇ ਟੀਚਰਾਂ ਦੀ ਐਸੋਸੀਏਸ਼ਨ ਦਾ। ਕੀ ਕਰ ਰਹੀ ਹੈ ਜਿਹੜੀ ਸਾਡੀ ਦੇਸ਼ ਦੀ ਸਰਕਾਰ? ਕਿ ਸਾਰੇ ਐਕਟਿਵਿਸਟਾਂ ਦਾ ਹੀ ਮੂੰਹ ਦੱਬਣਾ ਉਹਨਾਂ ਨੇ ਬੰਦ ਕਰਨਾ ਆ? ਤੁਸੀਂ ਜਿਹੜੇ ਬਲੈਕ ਮਾਰਕੀਟ ਹੈ, ਜਿਹੜੇ ਇਸ ਮੌਕੇ ਦਾ ਫਾਇਦਾ ਉਠਾਉਣਾ ਚਾਹੁੰਦੇ ਆ, ਉਹਨਾਂ ਦੇ ਉੱਤੇ ਕੋਈ ਰੋਕ ਲਾਓ, ਉਹਨਾਂ ਨੂੰ ਸਖਤ ਕਾਨੂੰਨ ਬਣਾ ਕੇ ਕਹੋ, ਚੱਕ ਕੇ ਜੇਲ੍ਹ 'ਚ ਮਾਰੋ ਉਹਨਾਂ ਨੂੰ, ਭਾਵੇਂ ਚਰਾਏ 'ਚ ਖੜੇ ਕਰਕੇ ਉਹਨਾਂ ਨੂੰ ਕੁੱਟੋ। ਮੈਂ ਕਿਉਂ ਇਸ ਕਰਕੇ, ਕੋਈ ਚੰਗੀ ਗੱਲ ਨਹੀਂ ਹੈ ਇਹ, ਕੋਈ ਮੈਂ ਚੰਗੀ ਗੱਲ ਨਹੀਂ ਕਹਿ ਰਿਹਾ, ਬਿਲਕੁਲ ਗਲਤ ਗੱਲ ਕਹਿ ਰਿਹਾ। ਉਹਦੇ ਬਾਵਜੂਦ ਚ ਤੁਹਾਨੂੰ ਗੁੱਸਾ ਆਉਂਦਾ ਕਿ ਲੋਕੀ, ਜੇ ਸਰਕਾਰ ਨੇ ਅੰਕੁਸ਼ ਨਾ ਲਾਇਆ ਜਾਂ ਇਹੋ ਜਿਹਾ ਕੋਈ ਆਪਣੀ ਸਖਤੀ ਨਾ ਦਿਖਾਈ, ਤਾਂ ਫਿਰ ਲੋਕ ਫੜਨ ਲੱਗ ਜਾਣਗੇ, ਫਿਰ ਸਾਡੇ ਵੱਸੋਂ ਬਾਹਰ ਚਲੇ ਜਾਊਗੀ, ਤੁਹਾਡੀ ਫਿਰ ਉੱਥੇ ਕੋਈ ਜਗ੍ਹਾ ਨਹੀਂ ਹੋਊਗੀ। ਅੱਜ ਹੁਣ ਲਾਕਡਾਊਨ ਲੱਗੇ ਹੋਏ ਆ, ਲੋਕਾਂ ਦੀ ਬਹੁਤ ਬੁਰੀ ਹਾਲਤ ਹੈ, ਹਾਹਾਕਾਰ ਮੱਚੀ ਹੋਈ ਆ। ਸੱਚੀ ਗੱਲ ਮੈਂ ਕਹਿ ਰਿਹਾ, ਲੋਕਾਂ ਕੋਲ ਪੈਸੇ ਨਹੀਂ ਹੈ, ਕਿਸ਼ਤਾਂ ਦੇਣੀਆਂ, ਬਿਜਲੀ ਦਾ ਬਿੱਲ ਆ, ਹੋਰ ਬਿੱਲ ਆ, ਬੱਚਿਆਂ ਨੂੰ ਪੜਾਉਣਾ, ਪੈਸੇ ਹੈ ਨਹੀਂ। ਤੁਸੀਂ ਕਿਉਂ ਨਹੀਂ ਬਾਤ ਪੁੱਛਦੇ? ਕੋਈ ਸ਼ਹਿਰੀ ਕਮੇਟੀਆਂ ਨਾਲ ਕੋਈ ਗੱਲਬਾਤ ਤੇ ਕਰੋ, ਕੋਈ ਵਾਰਤਾਲਾਪ ਤੇ ਕਰੋ, ਕੋਈ ਭਰੋਸਾ ਤੇ ਦਿਓ ਕਿ ਅਸੀਂ 6 ਮਹੀਨਿਆਂ ਤੱਕ ਕਰਾਂਗੇ, ਅਸੀਂ 3 ਮਹੀਨਿਆਂ ਤੱਕ ਕਰਾਂਗੇ। ਘੱਟੋ ਘੱਟ ਜਿਹੜੇ ਉਹਨਾਂ ਨੇ ਰੈਗੂਲਰ ਕਿਸ਼ਤਾਂ ਦੇਣੀਆਂ, ਉਹਨਾਂ ਨੂੰ ਸਸਪੈਂਡ 2-3 ਮਹੀਨੇ ਕੇਰਲਾ ਵਾਂਗੂ ਕਰ ਦਿਓ, ਜੋ ਕੇਰਲਾ 'ਚ ਕੀਤਾ ਉਹਨਾਂ ਨੇ, ਕਿ ਅਸੀਂ EMI ਨਹੀਂ ਲਵਾਂਗੇ, 2 ਜਾਂ 3 ਮਹੀਨੇ ਜਾਂ 4 ਮਹੀਨੇ ਬਾਅਦ ਵਿੱਚ ਦੇਖੀ ਜਾਊਗੀ। ਇਹਨੂੰ ਹਾਲ ਦੀ ਘੜੀ ਇਹਨੂੰ ਡੈਫਰ ਕਰ ਦਿਓ, ਛੋਟੀਆਂ ਕਿਸ਼ਤਾਂ ਕਰਕੇ, ਜਿਵੇਂ ਉਹ ਦੇ ਪਾਉਣਗੇ, ਜੇ ਕੋਈ ਦੇਣ ਦਾ ਮੌਕਾ ਆਇਆ। ਜੇ ਤੀਜੀ ਵੇਵ ਆ ਗਈ ਤੇ ਪਹਿਲਾਂ ਨਾਲੋਂ ਵੀ ਭਿਆਨਕ ਹੋਊਗੀ, ਫਿਰ ਆਪਾਂ ਕੀ ਕਰਾਂਗੇ? ਇਸ ਲਈ ਇਹ ਸਾਰੇ ਸਾਡਾ ਸਿਸਟਮ ਚਰਮਰਾ ਗਿਆ ਆ। ਅਸੀਂ ਗੇਅਰ ਚੋਂ ਨਿਕਲ ਗਈ ਸਾਡੀ ਗੱਡੀ, ਇਸ ਨੂੰ ਦੁਬਾਰਾ ਗੇਅਰ 'ਚ ਪਾਉਣ ਲਈ, ਦੁਬਾਰਾ ਪੈਰਾਂ ਸਿਰ ਖੜਾ ਕਰਨ ਲਈ ਅਰਥ ਵਿਵਸਥਾ ਨੂੰ ਮਜ਼ਬੂਤ ਕਰਨਾ ਪਊ। ਜਿਹੜੇ ਨਵੇਂ ਮਸਲੇ ਪਿੰਡਾਂ 'ਚ ਫੈਲ ਗਏ,
ਤੁਸੀਂ ਸੁਖਵਿੰਦਰ ਦੇਖਦੇ ਆ, ਇਹ ਪਹਿਲੀ ਵਾਰੀ ਪਿੰਡਾਂ, ਪਿਛਲੀ ਵਾਰੀ ਜਿਹੜੀ ਪਹਿਲੀ ਵੇਵ ਸੀ ਸਾਨੂੰ ਪਿੰਡਾਂ ਨੇ ਬਚਾ ਲਿਆ। ਐਤਕੀ ਵੀ ਕਣਕ ਪੰਜਾਬ 'ਚ ਕਾਫੀ ਹੋਈ, ਅਗਲੀ ਵਾਰ ਉਹ ਹਾਲਤ ਨਹੀਂ ਬਣਨੀ ਹੈਗੀ। ਹੁਣ ਜਿਹੜੀ ਨਵਾਂ ਝੋਨਾ ਜਾਂ ਹੋਰ ਫਸਲਾਂ ਆਉਣੀਆਂ, ਐਡਾ ਵੱਡਾ ਲੋਕਾਂ ਦਾ ਨੁਕਸਾਨ, ਖਰਚਾ ਹੋ ਰਿਹਾ, ਪ੍ਰਾਈਵੇਟ ਹਸਪਤਾਲ ਉਹਨਾਂ ਦੀ ਛਿੱਲ ਲਾ ਰਹੇ ਆ, ਲੋਕ ਕਰਜ਼ੇ ਥੱਲੇ ਦੱਬ ਜਾਣਗੇ, ਲੋਕਾਂ ਕੋਲ ਪੈਸਾ ਹੀ ਨਹੀਂ ਰੂ ਖਰਚਣ ਦਾ। ਔਰ ਇਹ ਸ਼ੰਕਾ ਪ੍ਰਗਟ ਕੀਤਾ ਜਾ ਰਿਹਾ ਕਿ ਦੇਸ਼ ਦੇ ਅੰਦਰ ਆਤਮ ਹੱਤਿਆ ਕਈ ਗੁਣਾ ਵੱਧ ਜਾਣਗੀਆਂ। ਮੈਂ ਤੁਹਾਨੂੰ ਦੱਸਾਂ, ਦੋ ਹੀ ਇਹਦੇ ਹੱਲ ਨਿਕਲਣਗੇ। ਇੱਕ ਹੈ ਕਿ ਲੋਕ ਆਤਮ ਹੱਤਿਆ ਕਰਨਗੇ, ਡਿਪਰੈਸ ਹੋ ਜਾਣਗੇ, ਲੋਕੀ ਪਹਿਲਾਂ ਹੀ ਬਹੁਤ ਮਾਯੂਸ ਹੋ ਗਿਆ, ਮਾਯੂਸੀ 'ਚ ਚਲੇ ਜਾਣਗੇ, ਉਧਰ ਨੂੰ ਜਾਣਗੇ। ਦੂਜਾ ਕੀ ਹੋਊਗਾ, ਨਸ਼ਿਆਂ ਵੱਲ ਵੀ ਜਾਣਗੇ, ਇਸ ਡਿਪਰੈਸ਼ਨ 'ਚੋਂ ਨਿਕਲਣ ਲਈ, ਇਸ ਮਾਯੂਸੀ 'ਚੋਂ ਨਿਕਲਣ ਲਈ ਨਸ਼ਿਆਂ ਵੱਲ ਵੀ ਜਾਣਗੇ। ਦੂਜਾ ਉਹਦਾ ਅਸਰ ਇਹ ਹੋਊਗਾ ਸੁਖਵਿੰਦਰ ਕਿ ਲੋਕ ਬਗਾਵਤ ਕਰਨਗੇ, ਜਿਵੇਂ ਕਿਸਾਨਾਂ ਨੇ ਕੀਤੀ, ਮੋਰਚਾਬੰਦੀ ਕੀਤੀ। ਲੋਕ ਕਹਿਣਗੇ ਆਓ ਸਹੀ ਸਾਡੇ ਸਾਹਮਣੇ, ਅਸੀਂ ਤਾਂ ਮਰੇ ਆ, ਤੁਹਾਨੂੰ ਨਹੀਂ ਛੱਡਾਂਗੇ। ਇਸ ਗੱਲ ਨੂੰ ਸਮਝ ਲੈਣ, ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਨਹੀਂ, ਇਹ ਬ੍ਰਿਟਿਸ਼ ਦਾ ਇਤਿਹਾਸ ਸਮਝ ਲੈਣ, ਫਰਾਂਸ ਦਾ ਇਤਿਹਾਸ ਪੜ੍ਹ ਲਓ, ਅਮਰੀਕਾ ਦਾ ਇਤਿਹਾਸ ਪੜ੍ਹ ਲਓ, ਰੂਸ ਚੀਨ ਦਾ ਇਤਿਹਾਸ ਪੜ੍ਹ ਲਓ, ਹੋਰ ਸਾਰੇ ਇਤਿਹਾਸ ਪੜ੍ਹ ਲਓ, ਮਾਨਵਤਾ ਦਾ ਇਤਿਹਾਸ ਪੜ੍ਹ ਲਓ। ਹਮੇਸ਼ਾ ਇੰਝ ਹੀ ਹੋਇਆ, ਜਦੋਂ ਲੋਕਾਂ ਦੇ ਸਿਰ ਤੋਂ ਪਾਣੀ ਲੰਘਿਆ, ਲੋਕਾਂ ਨੇ ਕਿਹਾ ਕਿ ਹੁਣ ਹੰਨੇ ਬੰਨੇ ਦੀ ਲੜਾਈ। ਇਸ ਲਈ ਉਸ ਪਾਸੇ ਦੇਸ਼ ਨੂੰ, ਉਸ ਅਫਰਾ ਤਫਰੀ ਤੋਂ ਬਚਾਉਣ ਲਈ ਬਹੁਤ ਜ਼ਰੂਰੀ ਹੈ ਕਿ ਅਰਥ ਵਿਵਸਥਾ ਨੂੰ ਵੀ ਉਸੇ ਤਰੀਕੇ ਨਾਲ ਐਮਰਜੈਂਸੀ ਹਾਲਤ ਦੇ ਨਾਲ ਸਮਝਿਆ ਜਾਏ ਔਰ ਉਸ ਨੂੰ ਸੰਭਾਲਿਆ ਜਾਵੇ, ਜਿਵੇਂ ਅਸੀਂ ਕਰੋਨਾ ਦੀ ਲੜਾਈ ਦੇ ਰਹੇ ਹਾਂ। ਲੰਗੜੇ ਲੂਲੇ ਜਿਹੋ ਜਿਹੇ ਵੀ ਭੱਜੀ ਠੁੱਠੀ ਜੋ ਵੀ ਕਰ ਰਹੇ ਹਾਂ, ਲੋਕ ਆਪਣੇ ਤੌਰ ਤੇ ਕਰ ਰਹੇ, ਲੋਕ ਆਪਣੇ ਮੰਜੇ ਲੈ ਕੇ ਜਾ ਰਹੇ, ਸਟ੍ਰੈਚਰ ਨਹੀਂ ਮਿਲ ਰਿਹਾ, ਜੋ ਕੁਝ ਆਪ ਕੇਅਰ ਕਰ ਰਹੇ, ਆਪ ਬਿਮਾਰ ਹੋ ਰਹੇ, ਕੀ ਕਰਨ, ਮਰਦਾ ਕੀ ਨਹੀਂ ਕਰਦਾ। ਕਿਸੇ ਨੂੰ ਜਿਹਦਾ ਭਾਈ ਭੈਣ ਮਾਈ ਬਾਪ ਜਿਹੜਾ ਮਰ ਰਿਹਾ ਆ, ਉਹ ਉਸ ਨੂੰ ਛੱਡ ਕੇ ਥੋੜੀ ਚਲੇ ਜਾਊਗਾ। ਇਸ ਤਰੀਕੇ ਨਾਲ ਲੋਕਾਂ ਦੀ ਬੜੀ ਹਿੰਮਤ ਆ, ਪਰ ਲੋਕਾਂ ਨੂੰ ਉਸ ਜਗ੍ਹਾ ਤੇ ਨਾ ਪਹੁੰਚਾ ਦਿਓ, ਉਸ ਮੁਕਾਮ ਤੇ ਨਾ ਪਹੁੰਚਾ ਦਿਓ ਜਿੱਥੋਂ ਪੁਆਇੰਟ ਆਫ ਨੋ ਰਿਟਰਨ ਕਹਿਣ। ਉਹ ਦੇਸ਼ ਲਈ ਅਸਲੀ ਮਾਅਨਿਆਂ ਦੇ ਵਿੱਚ ਇੱਕ ਵੱਡੀ ਚੁਣੌਤੀ ਖੜੀ ਹੋ ਜੂਗੀ, ਜਿਹੜੇ ਫਿਰ ਇਹੀ ਲੋਕ ਕੱਲ ਤੱਕ ਬਾਹਾਂ ਖਿਲਾਰ ਕੇ ਲੋਕਾਂ ਦੇ ਵਿੱਚ ਆਪਣੇ ਨਾਮ ਖੱਟਦੇ ਸੀਗੇ, ਉਹ ਫਿਰ ਮੰਜੀ ਥੱਲੇ ਲੁਕੇ ਹੋਣਗੇ ਔਰ ਲੋਕ ਉਹਨਾਂ ਨੂੰ ਲੱਭ ਰਹੇ ਹੋਣਗੇ। ਇਹ ਸਾਡੀ ਤੇ ਹੱਥ ਜੋੜ ਕੇ ਬੇਨਤੀ ਕਿ ਅਜੇ ਵੀ ਵੇਲਾ ਆ, ਵੱਡੇ ਪੱਧਰ ਤੇ ਪੈਸਾ, ਘੱਟੋ ਘੱਟ 5 ਤੋਂ 10 ਲੱਖ ਕਰੋੜ ਰੁਪਈਆ ਲੋਕਾਂ 'ਚ ਡਿਸਟ੍ਰੀਬਿਊਟ ਕਰੋ। ਉਹ ਇੰਫਰਾਸਟ੍ਰਕਚਰ ਦੇ ਨਾਂ ਤੇ ਕਰੋ, ਮਨਰੇਗਾ ਦੇ ਨਾਂ ਤੇ ਕਰੋ, ਕਿਸੇ ਹੋਰ ਐਮਪਲਾਇਮੈਂਟ ਜਨਰੇਟ ਕਰਨ ਦੇ ਨਾਂ ਤੇ ਕਰੋ। ਮੈਨੂੰ ਪਤਾ ਇਹਨਾਂ ਨੇ ਕਰਨਾ ਨਹੀਂ ਹੈ, ਪਰ ਜੇ ਨਹੀਂ ਕੀਤਾ ਤਾਂ ਫਿਰ ਉਸ ਦੇ ਨਤੀਜੇ ਕਰੋਨਾ ਨਾਲੋਂ ਵੀ ਅਤੀ ਭਿਆਨਕ ਨਿਕਲਣ ਲਈ ਤਿਆਰ ਰਹਿਣ। ਹਾਂਜੀ ਸੁਖਵਿੰਦਰ। ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਤੁਹਾਡਾ, ਤੁਹਾਡੀ ਟੀਮ ਦਾ ਔਰ ਸਾਡੇ ਸਰੋਤਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਸੋ ਮੇਰੇ ਨਾਲ ਮੌਜੂਦ ਸਨ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ। ਬੇਸ਼ਕੀਮਤੀ ਤੇ ਸਮਝਣ ਵਾਲੀਆਂ ਗੱਲਾਂ, ਸ਼ਾਇਦ ਸਰਕਾਰਾਂ ਇਸ ਗੱਲ ਨੂੰ ਸਮਝਣ ਨੂੰ ਤਿਆਰ ਨਾ ਹੋਣ, ਪਰ ਲੋਕਾਂ ਦੇ ਵਿੱਚ, ਲੋਕਾਂ ਨੂੰ ਇਹ ਗੱਲ ਸਮਝਣੀ ਪੈਣੀ ਹੈ ਕਿ ਸਰਕਾਰਾਂ ਉਹਨਾਂ ਦੇ ਲਈ ਕੀ ਕਰ ਰਹੀਆਂ ਨੇ। ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲਾ ਸਮਾਂ ਜਦੋਂ ਕਰੋਨਾ ਦੀ ਤੀਜੀ ਵੇਵ ਆਉਣੀ ਹੈ, ਜਾਂ ਜਿਸ ਤਰ੍ਹਾਂ ਦੇ ਵੀ ਹਾਲਾਤ ਹੋਣੇ ਨੇ, ਅੱਜ ਤੋਂ ਵੀ ਬਦਤਰ ਜਿਹੜੇ ਉਹ ਨਜ਼ਰ ਆ ਰਹੇ ਨੇ। ਉਮੀਦ ਹੈ ਕਿ ਸਰਕਾਰਾਂ ਜੇ ਇਸ ਗੱਲ ਨੂੰ ਸਮਝਣਾ ਨਹੀਂ ਚਾਹੁੰਦੀਆਂ ਤਾਂ ਗੌਰ ਜ਼ਰੂਰ ਕਰ ਲੈਣ ਇੱਕ ਵਾਰ ਕਿ ਲੋਕਾਂ ਦੇ ਨਾਲ ਕੀ ਬੀਤ ਰਹੀ ਹੈ। ਅੱਜ ਜੇ ਲੋਕ ਹੋਣਗੇ ਤਾਂ ਹੀ ਉਹਨਾਂ ਦੀ ਸੱਤਾ ਹੋਏਗੀ, ਤਾਂ ਹੀ ਸਰਕਾਰਾਂ ਬਣਨਗੀਆਂ। ਇਸ ਕਰਕੇ ਲੋਕਾਂ ਦੀ ਆਵਾਜ਼ ਜ਼ਰੂਰ ਸੁਣਨੀ ਚਾਹੀਦੀ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਣ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।